है ही सारे 5वीं 7वीं पढ़े ने क्रिमिनल बैकग्राउंड ਦੇ 75% ਇਹਨਾਂ ਦੇ ਤੁਸੀਂ ਇਲੈਕਸ਼ਨ ਉਹ ਡਾਟਾ ਜਾਓ 75% of their present MLAs and ministers are all criminals. ਅਸੀਂ ਤੇ ਇਹਨਾਂ ਦਾ ਪਰਦਾਫਾਸ਼ ਲੋਕਾਂ ਸਾਹਮਣੇ ਕਰਨ ਵਾਸਤੇ ਸ਼ਾਇਦ ਸੈਸ਼ਨ ਹੋਏਗਾ ਤਾਂ ਗੱਲ ਕਰਾਂਗੇ। ਇਹਨਾਂ ਨੂੰ ਪੁੱਛਾਂਗੇ ਜਰਮਨੀ 'ਚ ਕੀ ਕਰਕੇ ਆਏ ਨੇ। ਇਹ ਕਹਿੰਦੇ ਮੈਂ BMW ਲੈ ਕੇ ਆਉਂਗਾ ਜੀ, ਕਾਰਾਂ ਦੀ ਇੱਥੇ ਇੰਡਸਟਰੀ ਆਏਗੀ BMW, ਇੱਕ ਸਾਈਕਲ ਦੀ LOI ਲੈ ਆਏ ਨੇ। ਮੈਂ ਤੁਹਾਨੂੰ ਸ਼ੋਰਟ ਅਗਲੀ ਭਵਿੱਖਬਾਣੀ ਵੀ ਦੱਸ ਦਿੰਦਾ ਕਿ 2024 ਦੇ ਵਿੱਚ ਭਾਜਪਾ ਦੀ ਗਵਰਨਮੈਂਟ ਆਊਟ ਆਫ ਪਾਵਰ। ਸਾਡਾ ਸਾਰਿਆਂ ਨਾਲੋਂ ਵੱਡਾ ਮੈਟਰ ਹੈ ਜਿਹੜਾ ਸਾਡੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ, ਉਹ ਬੇਅਦਬੀ ਦਾ ਜੀ। ਇਹੀ ਕੇਜਰੀਵਾਲ ਸਾਹਿਬ ਨੇ ਕਿ 24 ਘੰਟੇ 'ਚ ਮੈਂ ਹੱਲ ਕਰ ਦੂੰ। ਮੇਰੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹੈ, ਸਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਜੋੜਦਾ ਰਿਹਾ, ਉਹਨੂੰ 10 ਮਿੰਟ ਦਾ ਟਾਈਮ ਨਹੀਂ ਦਿੱਤਾ। ਹੁਣ ਕੱਲ ਨੂੰ ਇਹ ਕਹਿ ਦੇਣਗੇ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਕਬੱਡੀ ਦਾ ਮੈਚ ਕਰਾਉਣਾ ਜੀ। ਲਿਖੋ ਕਿਤਾਬ ਦੇ ਵਿੱਚ ਕਿੱਥੇ ਲਿਖਿਆ ਕਬੱਡੀ ਦਾ ਮੈਚ ਨਹੀਂ ਹੋ ਸਕਦਾ। ਬਹਿਸ ਦੀ ਜਗ੍ਹਾ ਤੇ ਕੱਲ ਨੂੰ ਇਹੀ ਇਹਨਾਂ ਦੇ ਸਪੋਕਸਮੈਨ ਇਹ ਕਹਿ ਦੇਣ ਕਿ ਅਸੀਂ ਬਹਿਸ ਨਹੀਂ ਕਰਾਂਗੇ, ਅਸੀਂ ਉੱਥੇ ਕੋਈ ਕਾਗਜ਼ ਨਹੀਂ ਪਲੇਸ ਕਰਨਾ, ਅਸੀਂ ਉੱਥੇ ਕਬੱਡੀ ਦਾ ਮੈਚ ਕਰਾਉਣਾ ਵੈਲ ਦੇ ਵਿੱਚ। ਉੱਥੇ ਕਿੱਥੇ ਲਿਖਿਆ ਕਬੱਡੀ ਦਾ ਮੈਚ ਨਹੀਂ ਹੋ ਸਕਦਾ। ਕੋਈ ਕਾਨੂੰਨ ਹੈ ਨਹੀਂ, ਕੋਈ ਸਰਕਾਰ ਨਾਂ ਦੀ ਹੈ ਨਹੀਂ ਕੋਈ ਚੀਜ਼, ਨਾ ਇਹਨਾਂ ਦਾ ਕੋਈ ਮਿਨਿਸਟਰ ਕੰਮ ਕਰਦਾ, ਨਾ MLA ਕਰਦਾ। ਸਾਰੇ ਇਸੇ ਕੰਮ ਨੂੰ ਲੱਗ ਪਏ। 6 ਮਹੀਨਿਆਂ ਬਾਅਦ ਤੁਸੀਂ ਵੇਖਿਓ ਆਲਰੇਡੀ ਪੈਸੇ ਮਹੀਨਾ ਬੜੇ ਵੱਡੇ ਪੈਮਾਨੇ ਤੇ ਬਿਲਕੁਲ ਲੌਲੈਸਨੈਸ ਹੋ ਗਈ। ਜਿਸ ਤਰ੍ਹਾਂ ਕਿਸੇ ਟਾਈਮ ਕਾਬਲ ਵਿੱਚ ਹਾਲ ਹੁੰਦਾ ਸੀ ਤਾਲੀਬਾਨ ਦੇ ਵਿੱਚ, ਪੰਜਾਬ ਦੇ ਵਿੱਚ ਆਪ ਦਾ ਹਾਲ ਇਜ਼ ਅਕਿਨ। ਜਦੋਂ ਤਾਲੀਬਾਨ ਆਉਂਦਾ ਓਪਨ ਗੁੰਡਾਗਰਦੀ ਹੁੰਦੀ ਹੈ ਕਾਬਲ ਦੇ ਵਿੱਚ, ਕਿਸੇ ਦੀ ਜ਼ਿੰਦਗੀ ਤੇ ਜਾਇਦਾਦ ਮਹਿਫੂਜ਼ ਨਹੀਂ ਹੁੰਦੀ। ਆਪ ਦਾ ਆਉਣਾ ਪੰਜਾਬ ਵਾਸਤੇ ਉਸ ਟਾਈਮ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਅਨਕਟ ਦੇ ਵਿੱਚ। ਮੈਂ ਬਿੰਦੂ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡੇ ਸਭ ਦੇ ਲਈ ਅਨਕਟ ਪ੍ਰੋਗਰਾਮ। ਪੋਲੀਟੀਕਲ ਸਾਇੰਸ ਇੱਕ ਐਸਾ ਵਿਸ਼ਾ ਹੈ ਜਿਹੜਾ ਕਿ ਬਹੁਤ ਹੀ ਸ਼ਾਇਦ ਪੜ੍ਹਨ ਦੇ ਵਿੱਚ ਥੋੜ੍ਹਾ ਸੌਖਾ ਲੱਗਦਾ ਹੈ, ਐਲੈਬੋਰੇਟ ਹੈ, ਬਹੁਤ ਕੁਝ ਸਿਆਸਤ ਦੇ ਬਾਰੇ 'ਚ ਪਤਾ ਲੱਗਦਾ ਹੈ ਉਸ ਤੋਂ। ਪਰ ਜੇ ਗੱਲ ਕਰੀਏ ਪੋਲੀਟਿਕਸ ਦੀ, ਇਟਸ ਰੀਅਲੀ ਕੰਪਲੀਕੇਟਿਡ, ਬਹੁਤ ਕੰਪਲੀਕੇਟਿਡ ਵਿਸ਼ਾ ਹੈਗਾ। ਅਤੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਜੇ ਅਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਰੱਦੋ ਬਦਲ ਹੋਇਆ, ਥੋੜ੍ਹਾ ਡਿਫਰੈਂਟ ਤਰੀਕੇ ਦੀਆਂ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਿਆ। ਇਸ ਮਾਹੌਲ ਦੇ ਵਿੱਚ ਇੱਕ ਪਾਸੇ ਰੂਲਿੰਗ ਪਾਰਟੀ ਸੀਗੀ, ਇੱਕ ਪਾਸੇ ਵਿਰੋਧੀ ਧਿਰਾਂ ਨੇ। ਗੱਲ ਕੀ ਹੋਈ ਹੈ? ਖਰੀਦੋ ਫਰੋਖਤ ਦੀ। ਕਿਹਦੀ ਖਰੀਦੋ ਫਰੋਖਤ? ਗੱਲ ਹੋ ਰਹੀ ਹੈ MLAs ਦੀ। MLA ਖਰੀਦੇ ਗਏ, ਇਹ ਕਹਿਣਾ ਹੈਗਾ, ਜਾਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਇੱਦਾਂ ਦੇ ਕੁਛ ਐਲੀਗੇਸ਼ਨਸ ਜਿਹੜੇ ਨੇ ਉਹ ਆਮ ਆਦਮੀ ਪਾਰਟੀ, ਰੂਲਿੰਗ ਪਾਰਟੀ ਜਿਹੜੀ ਹੈਗੀ ਹੈ, ਉਹਨਾਂ ਨੇ ਲਾਏ ਨੇ BJP 'ਤੇ। ਬੜਾ ਹੀ ਓਬਵੀਅਸ ਜੀ ਗੱਲ ਸੀਗੀ ਕਿ ਵਿਰੋਧੀ ਧਿਰਾਂ ਨੇ ਵੀ ਇਸ ਹਲਚਲ ਦੇ ਵਿੱਚ ਆਪਣੀ ਗੱਲ ਕਹਿਣੀ ਸੀਗੀ। ਜਮਹੂਰੀਅਤ ਹੈ ਜੀ, ਸਭ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ, ਅਤੇ ਡੈਫੀਨੇਟਲੀ ਵਿਰੋਧੀ ਧਿਰਾਂ ਨੇ ਵੀ ਇਸ 'ਤੇ ਗੱਲਬਾਤ ਕੀਤੀ। ਉਸ 'ਚ ਜਿਹੜੀ ਮੁੱਖ ਵਿਰੋਧੀ ਧਿਰ ਹੈਗੀ ਹੈ ਕਾਂਗਰਸ ਪਾਰਟੀ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀਆਂ, ਆਪਣੇ ਤਰੀਕੇ ਦੇ ਸਵਾਲ ਜਵਾਬ ਕੀਤੇ ਰੂਲਿੰਗ ਪਾਰਟੀ ਨੂੰ, ਅਤੇ ਗੱਲਬਾਤ ਕੀਤੀ। ਹੁਣ ਉਸ ਤੋਂ ਅੱਗੇ ਦੀ ਗੱਲ ਆਉਂਦੀ ਹੈ, ਸੈਸ਼ਨ ਬੁਲਾ ਲਿਆ ਗਿਆ, ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ। LOP ਆਮ ਤੌਰ 'ਤੇ ਅਸੀਂ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਲੀਡਰ ਆਫ ਆਪੋਜੀਸ਼ਨ, ਵਿਰੋਧੀ ਧਿਰ ਦੇ ਲੀਡਰ ਇਸ ਵਾਰ ਪ੍ਰਤਾਪ ਬਾਜਵਾ ਨੇ। ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ, ਖੁੱਲੀਆਂ ਗੱਲਾਂ ਕਰਾਂਗੇ, ਸਿਰਫ ਗੱਲਾਂ ਕਰਾਂਗੇ, ਸਵਾਲ ਘੱਟ ਕਰਾਂਗੇ। ਬਹੁਤ ਸਵਾਗਤ ਹੈ ਜੀ ਤੁਹਾਡਾ। ਸਰ, ਤੁਹਾਨੂੰ ਨਾ ਭਵਿੱਖਵਕਤਾ ਵੀ ਕਿਹਾ ਜਾਂਦਾ ਹੈ। ਜਿਹੜੇ ਰਾਜਾ ਵੜਿੰਗ ਨੇ, ਤੁਹਾਡੇ ਪ੍ਰਧਾਨ ਨੇ ਕਾਂਗਰਸ ਦੇ, ਉਹ ਵੀ ਕਹਿੰਦੇ ਨੇ ਕਿ ਭਵਿੱਖਵਕਤਾ ਨੇ। ਪਹਿਲੇ ਤੁਸੀਂ ਗੱਲ ਕੀਤੀ, ਜਿਹੜੇ ਕਹਿੰਦੇ ਕਿ ਆਪਣੀ ਜਿਹੜੀ ਰੂਲਿੰਗ ਪਾਰਟੀ ਹੈ, ਉਹਨਾਂ ਨੇ ਆਪਣੇ ਮੰਤਰੀ ਜਦੋਂ ਫੜੇ ਸੀਗੇ ਕਰਪਸ਼ਨ ਦੇ ਐਲੀਗੇਸ਼ਨਸ ਲਾ ਕੇ, ਅਤੇ ਉਦੋਂ ਵੀ ਤੁਸੀਂ ਭਵਿੱਖਬਾਣੀ ਕੀਤੀ। ਉਸ ਤੋਂ ਪਹਿਲੇ ਕੀਤੀ, ਉਸ ਤੋਂ ਪਹਿਲੇ ਮਤਲਬ ਕਿ ਕੀਤੀ ਉਹਨਾਂ ਨੂੰ ਕਰਨ ਤੋਂ। ਉਸ ਦੇ ਬਾਅਦ ਵੀ 1-2 ਭਵਿੱਖਬਾਣੀ ਕੀਤੀਆਂ, ਸੈਸ਼ਨ ਦੀ ਭਵਿੱਖਬਾਣੀ ਤੁਸੀਂ ਕੀਤੀ, ਅਤੇ ਹੁਣ ਤੁਸੀਂ ਇੱਕ ਹੋਰ ਭਵਿੱਖਬਾਣੀ ਕਰ ਰਹੇ ਹੋ ਜਿੱਥੇ ਤੁਸੀਂ ਭਗਵੰਤ ਮਾਨ ਜੀ ਨੂੰ ਕਹਿ ਰਹੇ ਹੋ ਵੀ ਉਹ ਵੀ ਇੱਕ ਜਹਾਜ਼ 'ਚ ਚੜ੍ਹਨ ਵਾਲੇ ਨੇ। ਉਹ ਗੱਲ ਕੀਤੀ ਹੈ। ਤੁਹਾਨੂੰ ਕੀ ਕਹੀਏ, ਐਸਟ੍ਰੋਲੋਜਰ ਕਹੀਏ, ਪਾਮਿਸਟ ਕਹੀਏ, ਜਾਂ ਤੁਹਾਨੂੰ ਭਵਿੱਖਵਕਤਾ ਕਹੀਏ? ਦੇਖੋ ਇਸ ਤਰ੍ਹਾਂ ਮੈਮ ਕਿ 44 ਸਾਲ
ਜਦੋਂ ਮੈਂ ਯੂਨੀਵਰਸਿਟੀ 'ਚੋਂ ਬਾਹਰ ਨਿਕਲਿਆ ਗ੍ਰੈਜੂਏਸ਼ਨ ਕਰਕੇ ਅਤੇ ਲਾਅ ਕਰਨ ਦੀ ਅਜੇ ਤਿਆਰੀ ਕਰ ਰਿਹਾ ਸੀ, 1978 ਤੋਂ ਮੈਂ ਐਕਟਿਵ ਸਿਆਸਤ ਦੇ ਵਿੱਚ ਹਾਂ। ਜਿਹੜਾ ਲੰਬਾ ਤਜਰਬਾ ਹੈ ਮੇਰਾ ਇੱਥੋਂ ਦਾ ਹੀ ਨਹੀਂ, 4 ਦਫਾ, ਚੌਥੀ ਹੁਣ ਮੇਰੀ ਟਰਮ ਹੈ ਅਸੈਂਬਲੀ ਦੇ ਵਿੱਚ। ਲੋਕ ਸਭਾ 'ਚ ਵੀ ਰਹਿਣ ਦਾ ਮੌਕਾ ਮਿਲਿਆ, ਰਾਜ ਸਭਾ 'ਚ ਵੀ ਮੈਂ ਰਿਹਾ। ਰੇਅਰੈਸਟ ਆਫ ਰੇਅਰ ਹੈ ਕਿ ਕੋਈ ਪੋਲੀਟੀਕਲ ਆਦਮੀ ਤਿੰਨੋਂ ਹੀ ਹਾਊਸਿਸ ਦਾ ਮੈਂਬਰ ਰਿਹਾ ਹੋਵੇ। ਸੋ ਇਟਸ ਅ ਗ੍ਰੇਟ ਆਨਰ। ਮੈਂ ਪ੍ਰਮਾਤਮਾ ਦਾ ਮਸ਼ਕੂਰ ਹਾਂ, ਪਾਰਟੀ ਦਾ ਮਸ਼ਕੂਰ ਹਾਂ। ਉਸ ਤਜਰਬੇ ਦੀ ਬੁਨਿਆਦ 'ਤੇ ਪਾਰਟੀਆਂ ਦੀ, ਭਾਜਪਾ ਦੀ ਸੋਚ ਕੀ ਹੈ, ਕਿਸ ਤਰ੍ਹਾਂ ਚੱਲਦੀ ਹੈ, ਉਹਦਾ ਮੋਡਸ ਆਪਰੈਂਡਾ ਕੀ ਹੈ ਜੀ, ਆਪ ਦੀ ਸੋਚ ਕੀ ਹੈ, ਮੋਡਸ ਆਪਰੈਂਡਾ ਕੀ ਹੈ, ਇਹ ਨਾ ਮੈਂ ਬਹੁਤ ਕਲੋਜ਼ਲੀ ਵਾਚ ਕੀਤਾ, ਕਿਉਂਕਿ ਇਹ ਸਾਰੇ ਟੌਪ ਲੀਡਰਸ਼ਿਪ ਭਾਜਪਾ ਦੀ, ਟੌਪ ਲੀਡਰਸ਼ਿਪ ਆਪ ਦੀ ਸਾਡੇ ਨਾਲ ਉਸੇ ਹਾਊਸ ਵਿੱਚ ਸਨ। ਸਾਡੇ ਯਾਰ ਦੋਸਤ ਵੀ ਨੇ, ਸਾਡੇ ਸੰਬੰਧ ਵੀ ਸਾਰਿਆਂ ਨਾਲ ਬਹੁਤ ਬਿਹਤਰੀਨ ਨੇ। ਸੋ ਇਹਨਾਂ ਦਾ ਮਾਈਂਡ ਸੈਟ ਕੀ ਹੈ, ਉੱਥੋਂ ਅਸੀਂ ਸਟੱਡੀ ਕਰ ਰਹੇ ਹਾਂ। ਜਿਸ ਤਰ੍ਹਾਂ ਸ਼ੇਅਰ ਮਾਰਕੀਟ ਨੂੰ ਸਟੱਡੀ ਕਰਨ ਵਾਲੇ ਜਿਹੜੇ ਨੇ, ਉਹ ਪਹਿਲੇ ਜਾਣਕਾਰੀ ਰੱਖਦੇ ਕਿ ਸ਼ੇਅਰਸ ਕਦੋਂ ਡਿੱਗਣੇ ਨੇ, ਕਦੋਂ ਵਧਣੇ ਨੇ, ਕਿਹੜੀ ਕੰਪਨੀ ਦਾ ਸ਼ੇਅਰ 10 ਤੋਂ 1000 ਨੂੰ ਜਾਣਾ, ਕਿਹੜਾ 1000 ਤੋਂ 10 ਨੂੰ ਆਉਣਾ। ਸੋ ਇਹ ਇੱਕ ਬੇਸਿਕਲੀ ਤਜਰਬਾ ਜਿਹੜਾ ਇਹ ਉਸ ਦੀ ਬੁਨਿਆਦ ਤੇ ਮੈਂ ਗੱਲ ਕਰਦਾ ਰਿਹਾ, ਜਿਹੜੀ ਓਬਵੀਅਸਲੀ ਟਾਈਮ ਪੇ ਟਾਈਮ ਸੱਚ ਹੁੰਦੀ ਹੈ ਜੀ। ਏਕਨਾਥ ਸ਼ਿੰਦੇ ਦੀ ਤੁਸੀਂ ਬਾਰ-ਬਾਰ ਗੱਲ ਕੀਤੀ ਹੈ, ਕੱਲ੍ਹ ਵੀ ਕੀਤੀ, ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲਬਾਤ ਹੋਈ ਹੈ। ਕਿਉਂ ਤੁਹਾਨੂੰ ਲੱਗਦਾ ਹੈ ਵੀ ਇਸ ਤਰ੍ਹਾਂ ਦੀ ਕੋਈ ਜਿਹੜੀ ਸਥਿਤੀਆਂ ਜਾਂ ਕੰਡੀਸ਼ਨਸ ਜਾਂ ਸਿਚੁਏਸ਼ਨਸ ਜਿਹੜੀਆਂ ਇੱਥੇ ਵੀ ਬਣ ਸਕਦੀਆਂ ਪੰਜਾਬ ਦੇ ਵਿੱਚ? ਤੁਸੀਂ ਖਾਸ ਕਰਕੇ ਗੱਲ ਬੜੀ ਮੈਂ ਤੁਹਾਨੂੰ ਦੱਸਣਾ, ਮੈਂ ਹੁਣ ਮੋਡਸ ਆਪਰੈਂਡਾਈ ਦੀ ਗੱਲ ਕਰੂੰਗਾ। ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ ਦੀ ਤਾਕਤ ਵਿੱਚ ਪਾਰਟੀ ਹੈ। ਉਹ ਫਿਰ ਹਰ ਪੋਲੀਟੀਕਲ ਪਾਰਟੀ ਦੀ ਕਮਜ਼ੋਰੀ ਲੱਭਦੀ ਹੈ, ਲੀਡਰਸ਼ਿਪ ਦੇ ਵਿੱਚ ਕਮੀ ਪੇਸ਼ੀ ਲੱਭਦੀ ਹੈ ਜੀ। ਤੁਸੀਂ ਵੇਖੋ, ਪਹਿਲੇ ਚੌਟਾਲਿਆਂ ਦੇ ਪਰਿਵਾਰ 'ਚ, ਚੌਟਾਲਾਜ਼ ਜਦੋਂ ਪੂਰੇ ਜੋਬਨ 'ਤੇ ਸਨ, ਭਾਜਪਾ ਉਹਨਾਂ ਦੀ ਬਿਲਕੁਲ ਜੂਨੀਅਰ ਪਾਰਟਨਰਸ, ਮੈਕਸਿਮਮ ਕਿਸੇ ਟਾਈਮ ਤੇ 4 ਤੋਂ 5 MLA ਹਰਿਆਣੇ ਦੇ ਵਿੱਚ ਉਹਨਾਂ ਦੇ ਆਉਂਦੇ ਸੀ। ਐਂਡ ਜਿਸ ਤਰ੍ਹਾਂ ਅਕਾਲੀ ਦਲ ਦੇ ਜੂਨੀਅਰ ਪਾਰਟਨਰ ਸੀ, ਉਸ ਤਰ੍ਹਾਂ ਹੀ ਚੌਟਾਲਿਆਂ ਦੇ ਜੂਨੀਅਰ ਪਾਰਟਨਰ ਸਨ। ਫਿਰ ਉਹਨਾਂ ਨੇ ਪਰਿਵਾਰ ਦੇ ਵਿੱਚ ਵੇਖਿਆ ਕਿ ਇਹਨਾਂ ਦੇ ਡਿਫਰੈਂਸਿਸ ਪਾਏ ਜਾ ਸਕਦੇ ਨੇ। ਫਿਰ ਉਹਨਾਂ ਨੇ ਥਾਪੀ ਦਿੱਤੀ ਦੁਸ਼ਯੰਤ ਸਿੰਘ ਚੌਟਾਲਾ, ਪਰਿਵਾਰ ਦੇ ਵਿੱਚੋਂ ਪਾਸੇ ਕਰ ਲਿਆ, ਹੁਣ ਉਹਨੂੰ ਆਪਣਾ ਜੂਨੀਅਰ ਪਾਰਟਨਰ ਬਣਾ ਲਿਆ, ਆਪ ਸੀਨੀਅਰ ਪਾਰਟਨਰ ਬਣ ਗਏ। ਸਿਮਿਲਰ ਐਕਸਰਸਾਈਜ਼ ਇਹਨਾਂ ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਕੀਤੀ। ਕਿਸੇ ਟਾਈਮ ਸ਼ਿਵ ਸੈਨਾ ਵਾਜ਼ ਐਲਡਰ ਬ੍ਰਦਰ, ਭਾਜਪਾ ਵਾਜ਼ ਯੰਗਰ ਬ੍ਰਦਰ। ਆਹਿਸਤਾ ਆਹਿਸਤਾ ਸਿਚੁਏਸ਼ਨ ਇਹੋ ਜਿਹੀ ਆਈ, ਆਪ ਹੁਣ ਐਲਡਰ ਹੋ ਗਏ ਨੇ, ਉਹਨਾਂ ਨੂੰ ਜੂਨੀਅਰ ਕਰ ਦਿੱਤਾ। ਸੇਮ ਇਹਨਾਂ ਨੇ ਏਕਨਾਥ ਸ਼ਿੰਦੇ, ਤੁਸੀਂ ਵੇਖੋ, ਠਾਕਰੇਜ਼ ਦੇ ਥੱਲੋਂ, ਕਿਉਂਕਿ ਠਾਕਰੇਜ਼ ਨੇ ਸਾਰਾ ਰੋਲ, ਸਾਰੀ ਤਾਕਤ ਏਕਨਾਥ ਸ਼ਿੰਦੇ ਜੀ ਨੂੰ ਦਿੱਤੀ ਸੀ ਕਿ ਥੱਲੇ ਕਾਡਰ ਨੂੰ ਤੁਸੀਂ ਸਾਂਭਣਾ, ਉੱਤੇ ਅਸੀਂ ਪਾਵਰ ਅਸੀਂ ਸਾਂਭਾਂਗੇ। ਉਹਨਾਂ ਨੇ ਥੱਲੋਂ ਉਹਨਾਂ ਦਾ ਮੈਦਾਨ ਸਾਫ਼ ਕਰ ਲਿਆ। ਪੰਜਾਬ ਦੇ ਵਿੱਚ ਵੀ ਹੁਣ ਜਦੋਂ ਦੇ 2 ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਸਾਹਿਬ, ਵੇਖੋ, ਭਗਵੰਤ ਸਿੰਘ ਮਾਨ ਇੱਕ ਸਿੱਖ ਨੂੰ ਬਣਾਉਣਾ ਸੀ ਇਹਨਾਂ ਨੂੰ। ਲੰਬਾ ਅਰਸਾ ਭਗਵੰਤ ਸਿੰਘ ਮਾਨ, ਕਿਉਂਕਿ ਆਪ ਵਿੱਚ ਸੀ 5 ਸਾਰਿਆਂ ਨੂੰ ਪ੍ਰੋਮੀਨੈਂਟ ਫੇਸ ਭਗਵੰਤ ਮਾਨ ਸੀ, ਉਹਨਾਂ ਦੀ ਮਜਬੂਰੀ ਬਣ ਗਈ ਬਣਾਉਣਾ। ਕਿਉਂਕਿ ਇਸ ਤੋਂ ਪਿਛਲੀ ਇਲੈਕਸ਼ਨ ਆ ਰਹੇ ਇਸ ਗੱਲ ਕਰਨ ਸਨ, ਆਮ ਲੋਕਾਂ ਵਿੱਚ ਇੱਕ ਗੱਲ ਚਰਚਿਤ ਹੋ ਗਈ ਸੀ ਕਿ ਅਲਟੀਮੇਟਲੀ ਪੰਜਾਬੀ ਨੂੰ ਜਾਂ ਕਿਸੇ ਸਿੱਖ ਨੂੰ ਇਹ ਬਣਾਉਣਾ ਨਹੀਂ ਚਾਹੁੰਦੇ। ਇਹ ਬਾਹਰੋਂ ਬੰਦਾ ਲਿਆ ਕੇ ਹੋ ਸਕਦਾ ਕੇਜਰੀਵਾਲ ਸਾਹਿਬ ਆਪ ਹੀ ਬਣਨਾ ਚਾਹੁੰਦੇ ਹੋਣ, ਕਿਉਂਕਿ ਦਿੱਲੀ ਤੇ ਇੱਕ ਮਿਊਨਿਸਪਲ ਕਾਰਪੋਰੇਸ਼ਨ ਹੈ ਜੀ। ਇਟਸ ਅ ਗਲੋਰੀਫਾਈਡ ਕਾਰਪੋਰੇਸ਼ਨ, ਜਿਹਦੇ ਉਹ ਮੇਅਰ ਕਹਿ ਲਓ ਤੇ ਹੁਣ ਚੀਫ ਮਿਨਿਸਟਰ ਕਹਿ ਲਓ, ਕਿਉਂਕਿ ਪਾਵਰਸ ਦਿੱਲੀ ਦੇ ਚੀਫ ਮਿਨਿਸਟਰ ਕੋ ਇੰਡੀਪੈਂਡੈਂਟ ਸਟੇਟ ਨੂੰ ਅੱਧੀਆਂ ਨੇ। ਤੋ ਇਸ ਗੱਲ ਕਾਰਨ ਇੱਥੇ ਉਹਨਾਂ ਨੇ ਬਣਾ ਦਿੱਤਾ, ਬਟ ਉਹ ਕੰਟਰੋਲ ਦਿੱਲੀ ਤੋਂ ਕਰ ਰਹੇ ਨੇ। ਇਸੇ ਗੱਲ ਕਾਰਨ ਤੁਸੀਂ ਵੇਖਦੇ ਹੋ ਕਿ ਜਿਹੜਾ ਪਿੱਛੇ ਇੱਕ ਸਪੈਸ਼ਲ ਪੋਸਟ ਕ੍ਰੀਏਟ ਕੀਤੀ ਜਾ ਰਹੀ ਸੀ ਰਾਘਵ ਚੱਡੇ ਵਾਸਤੇ, ਉਹ ਇਹ ਸੀ ਕਿ ਸਾਰੇ ਕੰਮ ਜਿਹੜੇ ਨੇ ਬਿਜ਼ਨਸਮੈਨ ਦੇ ਹੋਣ, ਕੋਈ ਮੋਟੀਆਂ ਸਾਮੀਆਂ ਦੇ ਹੋਣ, ਕੋਈ ਅਫਸਰਾਂ ਨੂੰ ਪ੍ਰਮੋਟ ਕਰਨਾ ਹੋਏ, ਅਫਸਰਾਂ ਦੀਆਂ ਟਰਾਂਸਫਰਸ ਕਰਨੀਆਂ ਹੋਣ, ਜਿੰਨੇ ਵੀ ਕੰਮ ਸਿਆਸਤ ਦੇ ਵਿੱਚ ਗਵਰਨਮੈਂਟਾਂ 'ਚ ਹੁੰਦੇ ਨੇ, ਉਹ ਵਾਇਆ ਰਾਘਵ ਚੱਡਾ ਹੋਣੇ ਚਾਹੀਦੇ। ਉਹਨਾਂ ਨੂੰ ਘਰ ਵੀ ਅਲਾਟ ਕਰਾਇਆ, ਜੇ ਕੋਠੀ ਦਾ ਪਤਾ ਕਰੀਦਾ RTI ਦੇ ਥਰੂ, ਉਹ ਈਅਰ ਮਾਰਕ ਕਰਾ ਦਿੱਤੀ CM ਕੈਂਪ ਆਫਿਸ, ਜ਼ੈਡ ਸਿਕਿਉਰਿਟੀ ਉਹਨੂੰ ਦੇ ਦਿੱਤੀ। ਪਹਿਲੇ ਬਾਕੀ 7 MP ਹੋਰ ਨੇ ਰਾਜ ਸਭਾ ਦੇ, ਬਾਕੀਆਂ ਨੂੰ 2-2 ਗਨਮੈਨ ਦਿੱਤੇ, ਉਹਨਾਂ ਨੂੰ 50 ਦੇ ਦਿੱਤੇ। ਲੈਂਡ ਕਰੂਜ਼ਰ ਗੱਡੀਆਂ ਦੇ ਦਿੱਤੀਆਂ, 2 ਵੱਡੀਆਂ ਐਸਕॉर्ट ਵਾਹੀਕਲਸ ਦੇ ਦਿੱਤੀਆਂ। ਉਹਨਾਂ ਦੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਬੰਦੇ ਆਪ ਦੇ ਵਿੱਚ ਮਿਨਿਸਟਰ ਬਣਦੇ ਨੇ ਜਾਂ ਜਿਨ੍ਹਾਂ ਨੇ ਬਣਨਾ ਹੁੰਦਾ,
ਜਾਂ ਕਿਸੇ ਨੂੰ ਚੇਅਰਮੈਨ ਬਣਾਉਂਦੇ ਨੇ, ਬਣਨ ਤੋਂ ਬਾਅਦ ਉਹ ਭਗਵੰਤ ਮਾਨ ਦੇ ਨਹੀਂ ਹਾਜ਼ਰੀ ਉੱਥੇ ਭਰਨ ਜਾਂਦੇ। ਤੁਹਾਡਾ ਚੀਫ ਸੈਕਟਰੀ ਹੈ, ਤੁਹਾਡਾ DGP ਹੈ ਪੰਜਾਬ ਦਾ, ਤੁਹਾਡਾ ADGP ਤੁਹਾਡਾ AG ਹੈ ਪੰਜਾਬ ਦਾ, ਜਾਂ ਵੱਡੇ ਇੰਡਸਟਰੀਲਿਸਟ ਨੇ, ਇਹ ਸਾਰੇ ਹਾਜ਼ਰੀ ਭਰਦੇ ਨੇ ਜਾ ਕੇ ਰਾਘਵ ਚੱਡੇ। ਹੁਣ ਉਹਦੇ ਵਿੱਚ ਬਹੁਤ ਦੇਰ ਦਾ ਇੱਕ ਟਾਰਗੇਟ ਸੀ ਭਗਵੰਤ ਮਾਨ ਦਾ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ, ਉਹ ਬਣ ਗਿਆ। ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਜਦੋਂ ਇੱਕ ਕੰਮ ਟੀਚਾ ਪੂਰਾ ਹੋ ਜਾਂਦਾ, ਫਿਰ ਬੰਦਾ ਸਮਝਦਾ ਹੁਣ ਮੈਂ ਇੰਡੀਪੈਂਡੈਂਟ ਚੱਲਾਂ। ਇੰਡੀਪੈਂਡੈਂਟ ਪਾਵਰ ਕੋਈ ਨਹੀਂ, ਫਾਈਲ ਚਾਹੁੰਦੀ ਕੋਈ ਨਹੀਂ। ਸੋ ਇਹ ਅੰਦਰ ਉਹਨਾਂ ਨੂੰ ਬੜੀ ਦੇਰ ਦੀ ਇੱਕ ਬੇਚੈਨੀ ਸੀ ਕਿ ਮੈਂ ਬਣ ਤੇ ਗਿਆ, ਮੈਨੂੰ ਅੱਗੇ ਤਾਕਤ ਕੋਈ ਨਹੀਂ ਦੇ ਰਹੇ। ਮੈਨੂੰ ਰੋਜ਼ ਦੇ ਰੋਜ਼ ਇੱਕ ਪੈਰਲਲ ਮੇਰੇ ਸਾਹਮਣੇ ਤਾਕਤ ਖੜੀ ਕਰ ਦਿੱਤੀ ਗਈ ਹੈ। ਗਵਰਨਮੈਂਟ ਦੇ ਵਿੱਚ ਇੱਕ ਹੋਰ ਗਵਰਨਮੈਂਟ ਚੱਲ ਰਹੀ ਹੈ। ਲੋਕਾਂ ਨੂੰ ਮੈਸੇਜ ਹੈ ਕਿ ਜੇ ਕੋਈ ਕੰਮ ਕਰਾਉਣਾ ਤੇ ਰਾਘਵ ਚੱਡੇ ਕੋ ਜਾਓ, ਇੱਥੇ ਕੋਈ ਫਾਇਦਾ ਨਹੀਂ ਜਾਣਦਾ, ਨਾ ਇਹਨਾਂ ਕੋਈ ਪਾਵਰ ਹੈ। ਇਸ ਗੱਲ ਨੂੰ ਭਾਜਪਾ ਦੀ ਲੀਡਰਸ਼ਿਪ ਬਹੁਤ ਚੰਗੀ ਤਰ੍ਹਾਂ, ਕਿਉਂਕਿ ਦਿੱਲੀ 'ਚ ਬੈਠੇ ਨੇ, ਅੰਡਰਸਟੈਂਡ ਕਰਦੇ ਸੀ। ਜਦੋਂ ਇਹ ਬਹੁਤ ਜ਼ਿਆਦਾ ਇੱਥੇ ਇਹਨਾਂ ਦੀ ਰਾਘਵ ਚੱਡੇ ਦੀ ਤੇ ਦਿੱਲੀ ਵਾਲਿਆਂ ਦੀ ਸ਼ੁਰੂ ਹੋ ਗਈ, ਇੱਥੇ ਮਦਾਖਲਤ ਸ਼ੁਰੂ ਹੋ ਗਈ, ਉਦੋਂ ਜਾਂ ਤੇ ਖੁਦ ਇਹਨਾਂ ਨੇ ਟਾਈਮ ਮੰਗਿਆ ਭਗਵੰਤ ਮਾਨ ਜੀ ਨੇ, ਜਾਂ ਉੱਤੋਂ ਮੈਨੂੰ ਜਾਪਦਾ PMO 'ਚੋਂ ਕੋਈ ਮੈਸੇਜ ਆਇਆ, ਸੰਦੇਸ਼ ਆਇਆ ਹੋਣਾ, ਇਸ਼ਾਰਾ ਆ ਜਾਂਦਾ। ਇਹ ਫਿਰ ਉਹਨਾਂ ਕੋਲ ਹਾਜ਼ਰੀ ਭਰਨਗੇ। ਹਾਜ਼ਰੀ ਭਰਨ ਤੋਂ ਬਾਅਦ ਵੇਖੋ, ਅਸੀਂ ਪੋਲੀਟੀਕਲ ਲੋਕ ਜਿਹੜੇ ਆ, ਅਸੀਂ ਬਹੁਤ ਕਲੋਜ਼ਲੀ ਨਿਰੀ ਲੈਂਗੁਏਜ ਤੇ ਬੋਲੀ ਨੂੰ ਹੀ ਨਹੀਂ, ਬੋਡੀ ਲੈਂਗੁਏਜ ਨੂੰ ਵੀ। ਬੋਡੀ ਲੈਂਗੁਏਜ ਤੋਂ ਤੁਹਾਨੂੰ ਅੰਡਰਸਟੈਂਡ ਕਰ ਜਾਂਦਾ ਬੰਦਾ ਹੌਸਲੇ 'ਚ ਕਿ ਹੌਸਲਾ ਪਸਤ ਹੋ ਗਿਆ। ਹੌਸਲੇ 'ਚ ਆਏ, ਉੱਥੋਂ ਇਹ ਅੰਡਰਸਟੈਂਡਿੰਗ ਆਈ ਕਿ ਕੋਈ ਨਾ ਕੋਈ ਪ੍ਰਾਈਮ ਮਿਨਿਸਟਰ ਵੱਲੋਂ ਕੋਈ ਨਾ ਕੋਈ ਥਾਪਣਾ ਦਿੱਤੀ ਗਈ। ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਸਾਹਿਬ ਚੰਦ ਦਿਨਾਂ ਬਾਅਦ ਮੁੱਲਾਂਪੁਰ ਦੇ ਵਿੱਚ ਇੱਕ ਕੈਂਸਰ ਹਸਪੀਟਲ ਹੈ, ਸਟੇਟ ਆਫ ਦੀ ਆਰਟ, ਜਿਹੜੀ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤਾ ਸੀ ਕਿਸੇ, ਉਹਦੀ ਇਨੈਗੋਰੇਸ਼ਨ ਵਾਸਤੇ ਆਏ ਸੀ। ਇਨੈਗੋਰੇਸ਼ਨ ਦੇ ਵਿੱਚ ਕੋਈ ਵੀ ਪੰਜਾਬ ਦੀ ਡਿਮਾਂਡ, ਬਹੁਤ ਸਾਰੇ ਸੂਬੇ ਦੀਆਂ ਡਿਮਾਂਡਸ ਨੇ, ਬਹੁਤ ਸਾਰੀਆਂ ਆਕਾਂਸ਼ਾਵਾਂ ਨੇ ਜਿਹੜੀਆਂ ਪੰਜਾਬੀਆਂ ਨੂੰ ਹੈ ਨੇ। ਇੱਕ ਵੀ ਸੂਬੇ ਦੀ ਡਿਮਾਂਡ ਭਗਵੰਤ ਮਾਨ ਜੀ ਨੇ ਔਨ ਸਟੇਜ ਪ੍ਰਾਈਮ ਮਿਨਿਸਟਰ ਕੋਲ ਨਹੀਂ ਕੀਤੀ। ਉਹਨਾਂ ਦੇ ਕਸੀਦੇ ਗਾਏ, ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨੇ। ਉਦੋਂ ਤੋਂ ਹੀ ਮੈਂ ਅਸੈਸ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਤਾਜ਼ਾ ਮੁਲਾਕਾਤ 10-15 ਦਿਨ ਪਹਿਲੇ ਦਿੱਲੀ 'ਚ ਹੋਈ ਹੈ, ਉਹਦਾ ਮਤਲਬ ਹੈ ਕਿ ਦੇਰ ਇਜ਼ ਸਮਥਿੰਗ ਸੀਰੀਅਸਲੀ ਅਮਿਸ ਬਿਟਵੀਨ ਭਗਵੰਤ ਸਿੰਘ ਮਾਨ ਐਂਡ ਕੇਜਰੀਵਾਲ। ਉਸ ਤੋਂ ਬਾਅਦ ਅਗਲੀ ਚੀਜ਼ ਹੁੰਦੀ ਹੈ, ਅਗਲੀ ਚੀਜ਼ ਸੈਂਟਰਲ ਏਜੰਸੀਜ਼ ED ਜਿਹੜੀਆਂ, ਐਕਸਾਈਜ਼ ਦਾ ਕਮਿਸ਼ਨਰ ਹੈ ਪੰਜਾਬ ਦਾ ਰੂਜ਼ਨ, ਜਾਂ ਜੁਆਇੰਟ ਕਮਿਸ਼ਨਰ ਨੇ ਮਿਸਟਰ ਡੂਬੇ, ਉਹਨਾਂ ਦੇ ਘਰ ਰੇਡ ਹੁੰਦੇ, ਪੰਚਕੂਲਾ ਤੇ ਚੰਡੀਗੜ੍ਹ, ਜਿੱਥੇ ਵੀ ਸਨ ਉਹਨਾਂ ਦੇ ਘਰਾਂ 'ਚ ਰੇਡ ਹੁੰਦੇ ਨੇ। ਐਕਸਾਈਜ਼ ਪਾਲਿਸੀ ਬਣਦੀ ਦਿੱਲੀ ਤੋਂ, ਪੰਜਾਬ ਦੀ ਵੀ। ਚੀਫ ਮਿਨਿਸਟਰ ਨੇ ਇੱਕ ਵਾਰ ਵੀ ਪ੍ਰੋਟੈਸਟ ਨਹੀਂ ਕੀਤਾ, ਇੱਕ ਵਾਰ ਵੀ ਉਹਨਾਂ ਦੀ ਪਿੱਠ ਪਿੱਛੇ ਨਹੀਂ ਆਏ, ਇੱਕ ਵਾਰ ਵੀ ਪ੍ਰਾਈਮ ਮਿਨਿਸਟਰ ਨੂੰ ਜਾਂ ਸੈਂਟਰਲ ਏਜੰਸੀਜ਼ ਨੂੰ ਇਹ ਨਹੀਂ ਗੱਲ ਕਿਹਾ ਕਿ ਤੁਸੀਂ ਮੇਰੇ ਅਫਸਰਾਂ ਦੇ ਰੇਡ ਕਿਉਂ ਮਾਰਿਆ, ਪਾਲਿਸੀ ਸਾਡੀ ਹੈ, ਇਹ ਤਾਂ ਨਿਰੀ ਇੰਪਲੀਮੈਂਟਰਸ ਨੇ, ਤੁਸੀਂ ਸਾਡੇ ਨਾਲ ਗੱਲ ਕਰੋ ਜੇ ਕੋਈ ਕਰਨੀ ਹੈ। ਚੁੱਪ ਰਹੇ। ਜਰਮਨੀ ਚਲੇ ਗਏ, ਜਰਮਨੀ ਜਾ ਕੇ ਵੀ ਆਪਰੇਸ਼ਨ ਲੋਟਸ ਦਾ ਡਰਾਮਾ ਇਹਨਾਂ ਨੇ ਰਚਾ ਦਿੱਤਾ। ਆਪਰੇਸ਼ਨ ਲੋਟਸ ਦੇ ਵਿੱਚ ਜਿਹੜੇ ਮੇਨ ਪਲੇਅਰ ਨੇ, ਜਿਨ੍ਹਾਂ ਨੂੰ ਮੇਨ ਇੱਥੇ ਸਟੇਜ ਦਿੱਤੀ, ਉਹ ਦਿੱਤੀ ਸਾ ਹਰਪਾਲ ਸਿੰਘ ਚੀਮਾ ਨੂੰ, ਕਿਉਂਕਿ ਜਰਮਨੀ ਵਿੱਚ ਸਨ। ਹਰਪਾਲ ਸਿੰਘ ਚੀਮਾ ਕਹਿੰਦੇ ਨੇ ਸਾਡੇ 35 MLA ਨੂੰ 25-25 ਕਰੋੜ ਰੁਪਈਆ ਭਾਜਪਾ ਨੇ ਆਫਰ ਕੀਤਾ। ਥੋੜ੍ਹੀ ਦੇਰ ਬਾਅਦ ਅਰਵਿੰਦ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਆ ਜਾਂਦੀ ਕਿ ਮੇਰੇ 10 MLA ਨੂੰ 25-25 ਕਰੋੜ ਰੁਪਈਆ ਆਫਰ ਕੀਤਾ। ਫਿਰ ਸ਼ਾਮ ਨੂੰ ਜਰਮਨੀ ਤੋਂ ਸਰ ਭਗਵੰਤ ਸਿੰਘ ਮਾਨ ਕਹਿੰਦੇ ਨੇ ਸਾਡੇ 6 ਤੋਂ 7 MLA ਨੂੰ ਕੀਤਾ 25-25 ਕਰੋੜ। ਸੋ ਇਹਨਾਂ ਦੀ ਆਪਣੀ ਸਟੇਟਮੈਂਟ ਸੀ, ਵੇਰੀਏਸ਼ਨ ਇੰਨੀ ਸੀ ਕਿ ਸਾਨੂੰ ਸਮਝ ਆ ਗਿਆ ਕਿ ਦੇਰ ਇਜ਼ ਸਮਥਿੰਗ ਰੋਂਗ। ਇਹ ਗੱਲ ਤੇ ਲੋਟਸ ਵਾਲੀ ਅਜੇ ਚੱਲੀ ਨਹੀਂ। ਬੇਸਿਕਲੀ ਮੈਂ ਜੋ ਸਮਝਣਾ ਕਿ ਰਾਘਵ ਚੱਡਾ, ਅਰਵਿੰਦ ਕੇਜਰੀਵਾਲ, ਸਿਸੋਦੀਆ ਸਾਹਿਬ, ਇਹਨਾਂ ਨੇ ਅਨਈਜ਼ੀਨੈਸ ਇਹਨਾਂ ਨੂੰ ਸ਼ੁਰੂ ਹੋ ਗਈ ਕਿ ਇਹ ਸੈਂਟਰਲ ਗਵਰਨਮੈਂਟ ਨੇ ਇਹਨਾਂ ਦੇ ਮੋਢੇ ਤੇ ਹੱਥ ਰੱਖ ਦਿੱਤਾ ਜੀ। ਤੇ ਮੇਰੀ ਗੱਲ ਸਮਝਦੇ ਹੋ ਜੀ। ਫਿਰ ਹੋਇਆ ਉੱਥੋਂ ਉਹ ਐਪੀਸੋਡ ਜਿਹਦੇ ਵਿੱਚੋਂ ਭਗਵੰਤ ਮਾਨ ਨੂੰ ਜਹਾਜ਼ ਚੋਂ ਲੁਫਥੈਂਜ਼ਾ ਦੀ ਫਲਾਈਟ ਚੋਂ ਲਾ ਦਿੱਤਾ ਜੀ। ਕਾਰਨ ਸਮੁੱਚੀ ਦੁਨੀਆ ਹੁਣ ਜਾਣਦੀ ਉਹਦਾ ਕਾਰਨ ਕੀ ਸੀ। ਹੀ ਵਾਜ਼ ਨਾਟ ਇਨ ਅ ਪਲੇਨ। ਜਿਹੜੀ ਸਿਵਲ ਐਵੀਏਸ਼ਨ ਦੇ ਕਾਇਦੇ ਕਾਨੂੰਨ ਹੁੰਦੇ ਨੇ ਕਿ ਪੈਸੇਂਜਰ
ਜੇ ਪ੍ਰੋਪਰ ਉਸ ਪੋਜੀਸ਼ਨ 'ਚ ਹੈ ਤਾਂ ਹੀ ਸਫ਼ਰ ਕਰਾਉਣਾ, ਕਿਉਂਕਿ 8-9 ਘੰਟਿਆਂ ਦੀ ਫਲਾਈਟ ਦੇ ਵਿੱਚ ਜੇ ਕਿਸੇ ਦੀ ਕੋਈ ਤਬੀਅਤ ਵਿਗੜ ਜਾਏ ਜਾਂ ਕੁਝ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਏ ਜਿਹੜੀ ਸਾਰੇ ਜਹਾਜ਼ ਵਾਸਤੇ ਤੇ ਸਾਰੇ ਪੈਸੇਂਜਰਸ ਵਾਸਤੇ ਖਤਰੇ ਦੀ ਕੋਈ ਸਿਚੁਏਸ਼ਨ ਕ੍ਰੀਏਟ ਹੋ ਸਕਦੀ, ਤੇ ਉਹਨੂੰ ਹਮੇਸ਼ਾ ਡੀਪਲੇਨ ਕਰ ਦਿਓ। ਪਰ ਬਾਜਵਾ ਸਾਹਿਬ ਇੱਥੇ ਲੁਫਤਾਂਜ਼ਾ ਵਾਲਿਆਂ ਨੇ ਜਿਹੜਾ ਉਹ ਕੀਤਾ ਸੀਗਾ, ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ। ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ, ਉਹ ਕਲੈਰੀਫਿਕੇਸ਼ਨ ਦੇ ਦਿੱਤੀ ਕਿ ਇੱਕ ਜਹਾਜ਼ ਆਣਾ ਸੀ, ਉਹ ਪਹੁੰਚਣ 'ਚ ਲੇਟ ਹੋ ਗਿਆ। ਜੇ ਡਿਲੇ ਤੋਂ ਉਹਨਾਂ ਨੇ ਡਿਲੇ ਦੀ ਕੀਤੀ। ਅਸੀਂ ਪਾਰਟਿਕੂਲਰ ਸਵਾਲ ਪੁੱਛ ਰਹੇ ਹਾਂ ਕਿ ਕੀ ਇਹਨਾਂ ਨੂੰ ਆਫਲੋਡ ਕੀਤਾ, ਇਹਨਾਂ ਦੇ ਨਾਲ ਦੇ ਕੋ ਪੈਸੇਂਜਰ। ਮੈਂ ਤੁਹਾਨੂੰ ਅਗਲੀ ਗੱਲ ਵੀ ਸਮਝਾਣਾ ਸੋ ਦੈਟ ਤੁਹਾਡੇ ਥਰੂ ਸਾਰੇ ਲੋਕਾਂ ਨੂੰ ਇਹਦੀ ਕਲੈਰੀਫਿਕੇਸ਼ਨ ਹੋਵੇ ਜੀ। ਅਸੀਂ ਵੀ ਬਹੁਤ ਸਾਰੀਆਂ ਸਾਰੇ ਦੁਨੀਆ ਹੀ ਫਲਾਈ ਕਰਕੇ ਆਉਂਦੀ ਜੀ। ਜਦੋਂ ਵੀ ਤੁਸੀਂ ਸਾਰਿਆਂ ਨੂੰ ਪਹਿਲੇ ਆਪਣਾ ਸਿਕਿਉਰਿਟੀ ਚੈੱਕ ਕਰਾਉਂਦੇ, ਤੁਹਾਡਾ ਲੱਗੇਜ ਅੰਦਰ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਜਦੋਂ ਅੰਦਰ ਲੈ ਜਾਂਦੇ ਨੇ ਫਾਈਨਲੀ ਸਾਰੀ ਲੱਗੇਜ ਚੈੱਕ ਇਨ ਤੋਂ ਬਾਅਦ, ਤੁਹਾਡਾ ਸਿਕਿਉਰਿਟੀ ਚੈੱਕ ਇਨ ਤੋਂ ਬਾਅਦ ਫਲਾਈਟ ਜੇ ਲੇਟ ਵੀ ਕੋਈ ਆਉਂਦੀ ਹੈ, ਉਹ 2 ਘੰਟੇ 4 ਘੰਟੇ ਭਾਵੇਂ 12 ਘੰਟੇ ਲੇਟ ਹੈ, ਤੁਸੀਂ ਏਅਰਪੋਰਟ ਦਾ ਪ੍ਰੈਮਿਸਿਸ ਛੱਡਣ ਵਾਸਤੇ ਅਲਾਉ ਨਹੀਂ ਕਰਦੇ। ਯੂ ਕੈਨੋਟ, ਕਿਉਂਕਿ ਤੁਹਾਡਾ ਚੈੱਕ ਇਨ ਹੋ ਗਿਆ ਹੁੰਦਾ ਲੱਗੇਜ ਜੀ। ਤੋ ਇਸ ਗੱਲ ਕਾਰਨ ਭਗਵੰਤ ਸਿੰਘ ਮਾਨ ਫਲਾਈਟ 4 ਘੰਟੇ ਲੇਟ ਨਹੀਂ ਆਏ। ਇਹ ਜਦੋਂ ਜਹਾਜ਼ ਤੇ ਚੜ੍ਹੇ ਨੇ, ਫਲਾਈਟ ਲੇਟ ਆਈ ਹੈ, ਇਹ ਲਾਉਂਜ 'ਚ ਬਹਿ ਗਏ ਨੇ। ਲਾਉਂਜ ਜਿਹੜਾ ਲੁਫਤਾਂਜ਼ਾ ਦਾ, ਕਿਉਂਕਿ ਨੈਸ਼ਨਲ ਕੈਰੀਅਰ ਹੈ ਉਹ ਜਰਮਨੀ ਦਾ, ਸਾਰਿਆਂ ਨਾਲੋਂ ਬਿਹਤਰੀਨ ਲਾਉਂਜ ਫਰੈਂਕਫਰਟ ਦੇ ਵਿੱਚ ਹੈ, ਬਿਕੋਜ਼ ਦੈਟਸ ਦੀ ਕੈਪੀਟਲ। ਉਹਦੇ ਵਿੱਚ ਓਬਵੀਅਸਲੀ ਯੂ ਅੰਡਰਸਟੈਂਡ ਇਹਨਾਂ ਦੀਆਂ ਆਦਤਾਂ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਇਹਨਾਂ ਨੂੰ ਸ਼ੌਕ ਕਿਹੜੀ ਗੱਲ ਦਾ। ਉੱਥੇ ਇਹਨਾਂ ਨੇ ਆਪਣਾ ਕੰਮ ਆਰੰਭਤਾ ਜੀ। ਕਿ ਜਦੋਂ ਇਹ ਜਹਾਜ਼ 'ਚ ਜਾਂਦੇ ਨੇ, ਉਦੋਂ ਉੱਥੋਂ ਦੀ ਏਅਰ ਹੋਸਟੈਸ ਇਹ ਮਹਿਸੂਸ ਕਰਦੀ ਹੈ ਕਿ ਇਜ਼ ਨਾਟ ਇਨ ਅ ਪੋਜੀਸ਼ਨ ਟੂ ਬੀ ਅਲਾਊਡ ਟੂ ਫਲਾਈ, ਦੇਰ ਕੁਡ ਬੀ ਅ ਪ੍ਰੋਬਲਮ ਇਨ ਫਲਾਈਟ। ਜਦੋਂ ਜਹਾਜ਼ ਇੱਕ ਵਾਰ 35,000 ਫੁੱਟ ਤੇ ਉੱਡਣਾ ਸ਼ੁਰੂ ਹੋ ਜਾਏ ਤੇ 8-8.5 ਘੰਟਿਆਂ ਦੀ ਫਲਾਈਟ ਹੋਏ, ਜੇ ਉੱਤੇ ਕੋਈ ਪ੍ਰੋਬਲਮ ਆ ਜਾਏ, ਕੋਈ ਬੱਸ ਤੇ ਹੈ ਨਹੀਂ ਕਿ ਅਗਲੇ ਬੱਸ ਸਟੈਂਡ ਦੇ ਸਟਾਪ ਤੇ ਜਾ ਕੇ ਖੜੀ ਕਰਕੇ ਤੇ ਸਵਾਰੀ ਲਾ ਦਿਓ। ਸੋ ਇਸ ਗੱਲ ਕਰ ਉਹਨਾਂ ਨੇ ਕੈਪਟਨ ਨੂੰ ਦੱਸਿਆ, ਤੇ ਕੈਪਟਨ ਨੇ ਹਾਲਾਤ ਵੇਖਦੇ ਹੋਏ ਇਹ ਅੰਦਾਜ਼ਾ ਲਾਇਆ ਕਿ ਇਟ ਇਜ਼ ਬੈਟਰ ਕਿ ਹੀ ਇਜ਼ ਆਫਲੋਡਡ। ਅਸੀਂ ਇਹ ਸਵਾਲ ਪੁੱਛਿਆ, ਉਹਨਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਸਾਡੀ ਫਲਾਈਟ ਆਣੀ ਸੀ ਉਹਦੇ ਵਿੱਚ ਲੇਟ ਹੋਈ ਹੈ, ਤਾਂ ਅਸੀਂ ਲੇਟ 4 ਘੰਟੇ ਹੋਏ। ਫਿਰ ਮੈਂ ਸਿੰਧੀਆ ਸਾਹਿਬ ਨੂੰ ਬਕਾਇਦਾ ਤੌਰ ਇੱਕ ਚਿੱਠੀ ਲਿਖੀ ਹੈ, ਮੇਲ ਕੀਤੀ ਹੈ, ਉਹਦੇ ਵਿੱਚ ਸਪੈਸੀਫਾਈ ਕੀਤਾ ਕਿ ਇਹ ਇੱਕ ਜੇ ਸਹੀ ਮਾਇਨੇ ਦੇ ਵਿੱਚ ਇੱਕ ਸਿਟਿੰਗ ਚੀਫ ਮਿਨਿਸਟਰ ਨੂੰ ਆਫਲੋਡ ਕੀਤਾ, ਇੱਕ ਨੈਸ਼ਨਲ ਸ਼ੇਮ, ਇਹ ਪੰਜਾਬੀਆਂ ਵਾਸਤੇ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੈ। He is wearing a turban, which he says is the color of Shahid Azam Bhagat Singh. ਅਸੀਂ ਪੰਜਾਬੀ ਜਗਤ ਵੀ ਤੇ ਸਿੱਖ ਜਗਤ ਵੀ ਕੋਈ ਇਹ ਬਰਦਾਸ਼ਤ ਨਹੀਂ ਕਰਦਾ ਕਿ ਸਾਡਾ ਮੁੱਖ ਮੰਤਰੀ ਹੋਏ, ਬਿਕੋਜ਼ ਹੀ ਰਿਪਰੈਜ਼ੈਂਟਸ ਦੀ ਸਟੇਟ। ਹੀ ਇਜ਼ ਵੇਅਰਿੰਗ ਅ ਟਰਬਨ। ਰੰਗ ਵੀ ਉਹ ਬੰਨਿਆ ਜਿਹੜਾ ਕਹਿੰਦੇ ਕਿਸੇ ਟਾਈਮ ਸ਼ਹੀਦ ਆਜ਼ਮ ਭਗਤ ਸਿੰਘ ਜੀ ਬੰਨ੍ਹਦੇ ਸੀ। ਉਹਨਾਂ ਦੀ ਆਈਡੀਓਲੋਜੀ ਦੀ ਸਹੁੰ ਖਾਣ ਵਾਲਾ ਆਦਮੀ ਜਿਹੜਾ ਜੀ ਆਫਲੋਡ ਕੀਤਾ ਗਿਆ ਬਿਕੋਜ਼ ਆਫ ਸਮ ਪਰਟੀਕੂਲਰ ਰੀਜ਼ਨਸ। ਤੁਸੀਂ ਸਮਝ ਹੀ ਰਹੇ ਹੋ ਕਿਹੜੇ ਕਾਰਨ ਨੇ ਆਫਲੋਡ ਕੀਤਾ। ਤੋ ਇਹ ਪੰਜਾਬੀਆਂ ਵਾਸਤੇ ਨਮੋਸ਼ੀ ਦੀ ਗੱਲ ਹੈ। ਮੈਂ ਉਹਨਾਂ ਨੂੰ ਕਿਹਾ ਕਿ ਲੁਫਥੈਂਜ਼ਾ ਨੂੰ ਪਰਟੀਕੂਲਰ ਸਵਾਲ ਪੁੱਛੋ, ਕਿਉਂਕਿ ਜਦੋਂ ਆਫਲੋਡ ਕੀਤਾ ਜਾਂਦਾ ਕੈਪਟਨ ਸਾਰੀ ਰਿਪੋਰਟ ਲਿਖਤੀ ਤੌਰ ਤੇ ਦਿੰਦਾ ਕਿ ਇੰਨਾ ਲੱਗੇਜ ਆਇਆ ਸੀ, ਇੰਨਾ ਅਸੀਂ ਆਫਲੋਡ ਕੀਤਾ, ਇੰਨੀਆਂ ਸਵਾਰੀਆਂ ਸੀ, ਉਹਦਾ ਰੀਜ਼ਨ ਕੀ ਹੋਇਆ। ਰੀਜ਼ਨ ਵੀ ਮੈਨੂੰ ਜੋ ਪਤਾ ਲੱਗਾ ਲੁਫਥੈਂਜ਼ਾ ਦੀ ਟੌਪ, ਕਿਉਂਕਿ ਸਾਡੇ ਵੀ ਲਿੰਕਸ ਹੈ ਨੇ ਸਾਰੀ ਜਗ੍ਹਾ ਤੇ, ਉਹਨਾਂ ਦੱਸਿਆ ਕਿ ਉਹਨਾਂ ਨੇ ਬਕਾਇਦਾ ਤੌਰ ਲਿਖਿਆ ਕਿ ਬਿਕੋਜ਼ ਆਫ ਰੀਜ਼ਨ ਕਿ ਇਹਨਾਂ ਨੇ ਉੱਥੇ ਲਿਕਰ ਪੀਤੀ ਸੀ, ਸ਼ਰਾਬ ਪੀਤੀ ਸੀ, ਹੀ ਵਾਜ਼ ਨਾਟ, ਇਹਨਾਂ ਦਾ ਆਪਣੇ ਆਪ ਤੇ ਕੰਟਰੋਲ ਹੈ ਨਹੀਂ ਸੀ। ਉਹ ਅਸੀਂ ਉਹ ਚਾਹੁੰਦੇ ਹਾਂ ਕਿ ਉਹ ਚੀਜ਼ ਜਨਤਕ ਹੋਏ। ਹੁਣ ਹੋਇਆ ਉਹਦੇ 'ਚ ਕੀ ਕਿ ਬੀਜੇਪੀ ਦੀ ਟੌਪ ਲੀਡਰਸ਼ਿਪ ਜਿਹੜੀ ਹੈ ਪੰਜਾਬ ਨਾਲ ਤੁਲਕ ਰੱਖਦੀ, ਸਰਸਾ ਸਾਹਿਬ ਨੇ, RPN ਸਿੰਘ ਨੇ, ਇਹਨਾਂ ਨੇ ਪਹਿਲੇ ਤਾਂ ਟਵੀਟ ਕੀਤੇ ਭਗਵੰਤ ਸਿੰਘ ਮਾਨ ਉਹਨਾਂ ਦੇ ਖਿਲਾਫ ਇਮੀਡੀਏਟ ਇਨਕੁਆਇਰੀ ਹੋਣੀ ਚਾਹੀਦੀ, ਇਮੀਡੀਏਟ ਆਹ ਹੋਣਾ ਚਾਹੀਦਾ। ਫਿਰ 2-3 ਘੰਟੇ ਬਾਅਦ ਅਸੀਂ ਆਲ ਆਫ ਅ ਸਡਨ ਵੇਖਿਆ ਭਾਜਪਾ ਦੀ ਦਿੱਲੀ ਦੀ ਲੀਡਰਸ਼ਿਪ ਹੀ ਚੁੱਪ ਹੋ ਗਈ। ਜਦੋਂ ਮੈਂ ਫੋਨ ਕੀਤੇ ਨੇ, ਸਿੰਧੀਆ ਸਾਹਿਬ ਮੇਰੇ ਪਰਸਨਲ ਦੋਸਤ ਵੀ ਨੇ, ਜਦੋਂ ਉਹਨਾਂ ਦੇ PS ਨੂੰ ਗੱਲ ਕੀਤੀ ਬਸ ਤੁਹਾਡੀ ਅੱਧੇ ਘੰਟੇ ਤੱਕ ਨੇ ਪਾਉਣੇ, ਤਾਂ ਮੈਂ ਵੇਖਿਆ ਕਿ ਦੈਟ ਮੀਨਸ ਇਹ ਰਿਲੈਕਟੈਂਸ ਜਿਹੜੀ ਉਹਦਾ ਮਤਲਬ ਹੈ ਕਿ ਸੈਂਟਰਲ ਲੀਡਰਸ਼ਿਪ ਨੇ ਕਹਿ ਦਿੱਤਾ ਕਿ ਇਸ ਪ੍ਰੋਬ ਨੂੰ ਠੰਡੇ ਬਸਤੇ 'ਚ ਪਾ ਦਿੱਤਾ। RPN ਸਿੰਘ ਤੇ ਮਨਜਿੰਦਰ ਸਿੰਘ ਸਰਸਾ ਦਾ ਮੇਰਾ ਐਸ ਫੋਨ 'ਚ, ਮੈਂ ਹੁਣੇ ਔਨ ਕਰਕੇ ਤੁਹਾਡੇ ਵਿਊਜ਼ ਨੂੰ ਵਿਖਾ ਸਕਦਾ, ਟਵੀਟ ਫਿਰ ਡਿਲੀਟ ਕਰ ਦਿੱਤੇ ਜਾਂਦੇ। ਪਹਿਲੇ ਟਵੀਟ ਕਰਦੇ ਨੇ ਫਿਰ ਡਿਲੀਟ ਕਰ ਦਿੰਦੇ, ਦੈਟ ਮੀਨਸ ਡਿਲੀਟ ਕਰਵਾਏ ਗਏ। ਉੱਥੋਂ ਮੈਨੂੰ ਇਹ ਸਮਝ ਆਈ ਕਿ ਦੇਰ ਇਜ਼ ਸਮਥਿੰਗ ਸੀਰੀਅਸਲੀ ਰੋਂਗ। ਇਹ ਓਪਰੇਸ਼ਨ ਲੋਟਸ ਜਿਹੜਾ
ਇਹਦੇ ਪਿੱਛੇ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਆਪਰੇਸ਼ਨ ਲੋਟਸ ਨਹੀਂ ਅਜੇ ਹੋਇਆ, ਬਟ ਇਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਵੀ ਭਗਦੜ ਇਸ ਗੱਲ ਦੀ ਹੈ ਕਿ ਚੀਫ ਮਿਨਿਸਟਰ ਜਿਹੜਾ ਹੈ ਵਿੱਚੋਂ ਇਹਨਾਂ ਨਾਲ ਨਹੀਂ ਹੋਣਾ ਹੈ। ਐਂਡ ਉਹਨਾਂ ਨੂੰ ਖਦਸ਼ਾ ਹੈ ਕਿ ਸੈਂਟਰਲ ਲੀਡਰਸ਼ਿਪ ਭਾਜਪਾ ਦੀ ਜਿਹੜੀ ਹੈ ਇਹਨੂੰ ਏਕਨਾਥ ਸ਼ਿੰਦੇ ਆਉਂਦੇ ਟਾਈਮ 'ਚ ਬਣਾਉਣ ਦੀ ਕੋਸ਼ਿਸ਼ ਕਰੇਗੀ। ਇਹਨਾਂ ਨੂੰ ਇਹ ਗੱਲ ਕਹੀ ਹੋਵੇਗੀ ਕਿ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿ ਤੁਸੀਂ ਹੁਣ 20 25 30 ਬੰਦੇ ਆਪਣੇ ਨਾਲ ਇਕੱਠੇ ਕਰੋ, ਪਾਰਲੀਮੈਂਟ ਦੇ ਕੋਲ ਜਾ ਕੇ ਆਪਰੇਸ਼ਨ ਲੋਟਸ ਉਦੋਂ ਕੀਤਾ ਜਾਏਗਾ, ਅੱਜ ਨਹੀਂ। ਤੋ ਇਸ ਗੱਲ ਕਾਰਨ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ, ਵਿਊਅਰਸ ਨੂੰ ਕਲੀਅਰ ਕਰਾਂ, ਜਿੱਥੇ ਵੀ ਇਸ ਗਵਰਨਮੈਂਟ ਨੂੰ, ਸੈਂਟਰ ਦੀ ਗਵਰਨਮੈਂਟ ਨੇ ਪੰਜਾਬ ਦੇ ਖਿਲਾਫ ਕੁਝ ਕੰਮ ਕੀਤਾ, ਅਸੀਂ ਸਾਰੀ ਜਗ੍ਹਾ ਤੇ ਜਿੰਨੀ ਵਾਰ ਵੀ ਇਹ ਮਤੇ ਲੈ ਕੇ ਆਏ ਅਸੀਂ ਹਰ ਮਤੇ 'ਚ ਆਪ ਦੀ ਸਪੋਰਟ ਕੀਤੀ ਹੈ ਤੇ ਭਾਜਪਾ ਨੂੰ ਅਪੋਜ਼ ਕੀਤਾ। ਬਟ ਇੱਥੇ ਕੋਈ ਮੈਡਮ ਬਲੈਂਕ ਚੈੱਕ ਨਹੀਂ ਬਣਾਉਂਦੇ ਸਰ। ਇਹ ਝੂਠ ਬੋਲਣ, ਇਹ ਰੈਟੋਰਿਕ ਕ੍ਰੀਏਟ ਕਰਨ, ਇਹ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨ। ਤੁਸੀਂ ਚਿੱਠੀ ਦੀ ਗੱਲ ਕੀਤੀ, ਲੈਟਰਸ ਦੀ ਗੱਲ ਕੀਤੀ, ਜ਼ਿਆਦਾਤਰ ਜਿਹੜਾ ਹੈ ਤੁਹਾਡੀਆਂ ਚਿੱਠੀਆਂ ਵੀ ਆਪਣੇ ਆਪ ਦੇ ਵਿੱਚ ਹਮੇਸ਼ਾ ਸੈਂਟਰ ਸਟੇਜ ਤੇ ਰਹੀਆਂ ਨੇ। ਜਦੋਂ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਸੀਐਮ ਸੀਗੇ, ਉਦੋਂ ਵੀ ਚਿੱਠੀਆਂ ਦਾ ਜ਼ਿਕਰ ਹੁੰਦਾ ਸੀ ਤੇ ਵਿਰੋਧੀ ਧਿਰਾਂ ਉਦੋਂ ਡੈਫੀਨੇਟਲੀ ਆਮ ਆਦਮੀ ਪਾਰਟੀ ਸੀ ਜਾਂ ਫਿਰ ਅਕਾਲੀ ਦਲ ਉਦੋਂ ਵਿਰੋਧੀ ਧਿਰ ਸੀਗੀ, ਉਹ ਵੀ ਗੱਲਾਂ ਕਰਦੇ ਸੀਗੇ ਕਿ ਬਾਜਵਾ ਸਾਹਿਬ ਚਿੱਠੀਆਂ ਬੜੀਆਂ ਲਿਖਦੇ ਨੇ। ਕਈ ਵਾਰੀ ਇਹ ਵੀ ਗੱਲਾਂ ਆਉਂਦੀਆਂ ਸੀ ਕਿ ਕਿਤੇ ਤੁਹਾਡੀਆਂ ਚਿੱਠੀਆਂ ਪੜ੍ਹੀਆਂ ਵੀ ਜਾਂਦੀਆਂ ਨੇ ਕਿ ਸਿਰਫ ਦਰਵਾਜ਼ੇ ਦੇ ਨੀਚੇ ਰਹਿ ਜਾਂਦੀਆਂ ਨੇ। ਹੁਣ ਵੀ ਤੁਸੀਂ ਚਿੱਠੀ ਦੀ ਗੱਲ ਕੀਤੀ, ਜਿਹੜੇ ਗਵਰਨਰ ਸਾਹਿਬ ਨੇ ਰੱਦ ਕੀਤਾ ਸਪੈਸ਼ਲ ਸੈਸ਼ਨ, ਉਹਦੇ ਲਈ ਤੁਸੀਂ ਰਿਪਰੈਜ਼ੈਂਟੇਸ਼ਨ ਦਿੱਤੀ, ਜਿਹਦੇ ਵਿੱਚ ਤੁਸੀਂ ਦਿੱਤੀ, ਸੁਖਪਾਲ ਖਹਿਰਾ ਦਾ ਨਾਮ ਸੀਗਾ ਤੇ ਇੱਕ ਜਿਹੜੇ ਅਸ਼ਵਨੀ ਸ਼ਰਮਾ ਹੈਗੇ ਨੇ ਭਾਜਪਾ ਦੇ ਪ੍ਰਧਾਨ, ਉਹਨਾਂ ਦੇ। ਤੇ ਇਹਦੇ ਵਿੱਚ ਵੀ ਗੱਲਾਂ ਹੋਈਆਂ। ਜਦੋਂ ਪ੍ਰੈਸ ਕਾਨਫਰੰਸ ਕੀਤੀ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੇ ਮੰਤਰੀ ਨੇ ਕਿਹਾ ਕਿ ਚਿੱਠੀ 3 ਬੰਦਿਆਂ ਦੀ ਲਿਖੀ ਹੈ, 3 ਬੰਦੇ ਦੇ, ਸਿਰਫ 3 ਬੰਦਿਆਂ ਦੀ ਲਿਖਣ ਦੀ ਚਿੱਠੀ ਤੇ ਰੱਦ ਕਿਵੇਂ ਹੋ ਸਕਦਾ ਹੈ? ਜਿਹੜਾ ਸਪੈਸ਼ਲ ਸੈਸ਼ਨ ਹੈਗਾ, ਸਰਕਾਰ ਦਾ ਹੁੰਦਾ ਕੰਮ, ਉਹਦਾ ਪ੍ਰੈਰੋਗੇਟਿਵ ਹੈਗਾ ਕਿ ਉਹ ਸੈਸ਼ਨ ਬੁਲਾਉਣ। ਮੈਡਮ ਮੇਰੀ ਗੱਲ ਸੁਣੋ, ਟੋਟਲ ਅਨਪੜ੍ਹਤਾ, ਟੋਟਲ ਇਨਐਕਸਪੀਰੀਅੰਸ ਬੋਲਦਾ ਇਹਨਾਂ ਲੋਕਾਂ ਦਾ। ਚਿੱਠੀ ਤੇ ਇੱਕ ਹੀ ਪੜ੍ਹੀ ਹੈ ਜੀ। ਅਸੀਂ ਕਿਹਾ ਕੀ ਹੈ ਗਵਰਨਰ ਸਾਹਿਬ, ਮੈਂ ਕਿਹਾ ਜੀ ਕਿ ਆਹ ਰੂਲ ਬੁੱਕ ਹੈ, ਜਿਹੜੀ ਪ੍ਰੋਸੀਜਰ ਹੈ ਤੇ ਕਾਨੂੰਨ ਹੈ ਜਿਹਦੇ ਨਾਲ ਵਿਧਾਨ ਸਭਾ ਰਨ ਕਰਦੀ, ਇੱਕ ਵੀ ਕਾਨੂੰਨ ਵਿਖਾ ਦਿਓ ਜਿਹਦੇ ਵਿੱਚ ਮੈਜੋਰਿਟੀ ਗਵਰਨਮੈਂਟ, ਜਿਹੜੀ ਗਵਰਨਮੈਂਟ ਹੈ ਆਪ, ਉਹ ਕੌਨਫੀਡੈਂਸ ਵੋਟ ਲੈ ਕੇ ਆ ਸਕੇ। ਨੋ ਕੌਨਫੀਡੈਂਸ ਦੀ ਉਹਦੇ 'ਚ ਬਕਾਇਦਾਤਰ ਕਾਨੂੰਨ ਅਲਾਓ ਕਰਦਾ ਉਹਦੇ, ਹਾਂ ਪ੍ਰੋਵੀਜ਼ਨ ਹੈ, ਇਹਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ। ਅਸੀਂ ਤੇ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਕਿ ਸਰ ਜਿਹੜਾ ਵੀ ਤੁਸੀਂ ਇਹ ਕਦਮ ਉਠਾਇਆ ਤੁਸੀਂ ਖੁਦ ਵੀ ਗਲਤ ਉਠਾਇਆ। ਮੈਂ ਸਮਝਣਾ ਕਿ ਗਵਰਨਰ ਸਾਹਿਬ ਨੇ ਮੈਗਨੈਨਿਮਿਟੀ ਵਿਖਾਈ। ਇਟ ਇਜ਼ ਨਾਟ ਐਸੈਂਸ਼ੀਅਲ ਕਿ 100 ਚਿੱਠੀ ਚਾਹੀਦੀ ਸੀ, ਇੱਕ ਵੀ ਚਿੱਠੀ ਬੜੀ ਸੀ। ਬਿਕੋਜ਼ ਕਾਨੂੰਨ ਵੇਖੋ, ਡਾਕਟਰ ਅੰਬੇਦਕਰ ਸਾਹਿਬ ਦਾ ਨਾਂ ਹੈ, ਪਾਰਟੀ ਆਪ ਲੈਂਦੀ, ਫੋਟੋ ਵੀ ਉਹਨਾਂ ਦੀ ਲਾਈ, ਉਹ ਨਿਰਮਾਤਾ ਨੇ ਕੌਨਸਟੀਟਿਊਸ਼ਨ ਦੇ ਮੁਤਾਬਕ ਪਾਰਲੀਮੈਂਟ ਚੱਲਦੀ, ਕੌਨਸਟੀਟਿਊਸ਼ਨ ਦੇ ਮੁਤਾਬਕ ਸਟੇਟਸ ਦੀਆਂ ਅਸੈਂਬਲੀਜ਼ ਚੱਲਦੀਆਂ। ਜਦੋਂ ਜਿਹੜੇ ਕਾਇਦਾ ਕਾਨੂੰਨ ਸਾਡੀ ਪ੍ਰੋਸੀਜਰ ਬੁੱਕ ਹੈ, ਉਸ ਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਕਿ ਗਵਰਨਮੈਂਟ ਜਿਹੜੀ ਆਪਣੇ ਆਪ ਉਹ ਤੇ ਆਪੋਜੀਸ਼ਨ ਲੈ ਕੇ ਆਉਂਦੀ। ਉਹਦੇ ਵਿੱਚ ਵੀ ਸਰਟਨ ਤੁਸੀਂ ਐਮਪੀ ਵੀ ਰਹੇ ਹੋ, ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ ਹੋ, ਡੈਫੀਨੇਟਲੀ ਤੁਹਾਨੂੰ ਪਾਰਲੀਮੈਂਟ ਦੀ ਰੂਲਿੰਗ ਜੀ ਪਤਾ ਹੈ। ਜਿਹੜੇ ਮੰਤਰੀ ਹੈਗੇ ਸਰਕਾਰ ਦੇ, ਉਹਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇਹ ਗੱਲ ਅੱਗੇ ਰੱਖੀ, ਉਹ ਲੈ ਕੇ ਆਏ, ਕਾਗਜ਼ ਲੈ ਕੇ ਆਏ, ਉਹਨਾਂ ਨੇ ਦਿਖਾਇਆ ਕਿ ਲੋਕ ਸਭਾ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਨੇ ਕੌਨਫੀਡੈਂਸ ਮੋਸ਼ਨ ਮੂਵ ਕੀਤਾ ਜਾ ਸਕਦਾ ਹੈ ਤੇ ਇੱਥੇ ਕੋਈ ਡੀ ਬਾਰ ਨਹੀਂ ਹੈਗਾ। ਜੇ ਉਹ ਪ੍ਰੋਵੀਜ਼ਨ ਨਹੀਂ ਹੈ ਐਕਸਟਰਾਆਰਡੀਨਰੀ ਸਿਚੁਏਸ਼ਨ। ਵੇਖੋ, ਇੱਕ ਮੈਂ ਜਿਹੜੀ ਚਿੱਠੀ ਲਿਖੀ, ਪਹਿਲੇ ਤਾਂ ਆਪਾਂ ਪੰਜਾਬ ਦੀ ਗੱਲ ਕਰੀਏ, ਲੋਕ ਸਭਾ ਨੂੰ ਚਾਹੀਏ ਫॉर ਦੀ ਟਾਈਮ ਵੀ। ਪੰਜਾਬ ਦੇ ਵਿੱਚ 70 ਸਾਲਾਂ 'ਚ ਪਹਿਲੀ ਸਾਡੀ ਅਸੈਂਬਲੀ 1952 'ਚ ਬਣੀ। 70 ਸਾਲਾਂ 'ਚ ਸਿੰਗਲ ਇੰਸਟੈਂਸ ਹੈ। ਗਵਰਨਰ ਸਾਹਿਬ ਨੂੰ ਅਸੀਂ ਚਿੱਠੀ ਲਿਖੀ, ਗਵਰਨਰ ਸਾਹਿਬ ਨੇ ਸੋਲਿਸਿਟਰ ਜਨਰਲ ਦੀ ਉਹਦੇ ਤੇ ਬਕਾਇਦਾ ਤੌਰ ਲੀਗਲ ਓਪੀਨੀਅਨ ਲਿਆ। ਲੀਗਲ ਓਪੀਨੀਅਨ ਮੁਤਾਬਕ ਉਹਨਾਂ ਨੇ ਵੀ ਸਾਡੀ ਜਿਹੜੀ ਚਿੱਠੀ ਸੀ ਉਹਦੇ ਨਾਲ ਕੌਨਕਰ ਕੀਤਾ ਕਿ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਚਿੱਠੀ ਹੈ ਉਹ ਬਿਲਕੁਲ ਠੀਕ ਹੈ, ਜੇ ਤੁਸੀਂ ਇਜਾਜ਼ਤ ਦਿੱਤੀ ਹੈ, ਗਲਤ ਇਜਾਜ਼ਤ ਦੇ ਬੈਠੇ। ਸੋ ਗਵਰਨਰ ਸਾਹਿਬ ਨੇ ਆਪਣੀ ਉਸ ਗੱਲ ਨੂੰ ਜਿਹੜੀ ਓਵਰਲੁੱਕ ਕੀਤੀ ਸੀ, ਉਹਨਾਂ ਕਿਹਾ ਕਿ ਰੂਟੀਨ ਮੈਟਰ ਵਿੱਚ ਮੇਰੇ ਕੋਲ ਫਾਈਲ ਕਲੀਅਰ ਕਰਾ ਕੇ ਆਈ ਵਾਜ਼ ਨਾਟ ਅਵੇਅਰ ਆਫ ਦਿਸ। ਜਦੋਂ ਉਹਨਾਂ ਨੂੰ ਅਵੇਅਰ ਕਰਾਇਆ ਤੇ ਇੱਕ ਚਿੱਠੀ ਬੜੀ ਹੁੰਦੀ ਹੈ। ਜਿੱਥੇ ਕੋਈ ਗਲਤ ਕਦਮ ਉੱਠਣ ਲੱਗਦਾ, ਇੱਕ ਚਿੱਠੀ, ਸਿੰਗਲ ਚਿੱਠੀ ਇਜ਼ ਗੁੱਡ ਐਨਫ। ਤੁਸੀਂ ਮੈਨੂੰ ਦੱਸੋ, ਮਾਈਨਿੰਗ ਦੇ ਉੱਤੇ ਇੱਕ ਆਦਮੀ ਗਿਆ, ਉਹਨਾਂ ਨੇ ਕਿਹਾ ਜੀ ਕਿ ਆਹ ਮਾਈਨਿੰਗ ਜਿਹੜੀ ਹੈ ਇਹਦੇ ਵਿੱਚ ਬਹੁਤ ਵੱਡੇ ਪੈਮਾਨੇ 'ਤੇ ਗਲਤ ਫੈਸਲੇ ਕੀਤੇ ਜਾ ਰਹੇ, ਕਾਇਦੇ ਕਾਨੂੰਨ ਦੇ ਖਿਲਾਫ
ਇਹ ਜਿਹੜਾ ਸਿਸਟਮ ਕੀਤਾ ਜਾ ਰਿਹਾ ਹੈ। ਗਵਰਨਮੈਂਟ ਆਫ ਪੰਜਾਬ ਨੇ ਨਵੇਂ ਟੈਂਡਰਸ ਲਗਾਏ ਸੀ, ਆਨਰੇਬਲ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਿੰਨਾ ਚਿਰ ਅਸੀਂ ਇਜਾਜ਼ਤ ਨਹੀਂ ਦਾਂਗੇ ਤੁਸੀਂ ਟੈਂਡਰ ਲਗਾ ਸਕਦੇ। ਸੋ ਇਟ ਵਾਸ ਡਨ ਔਨ ਵਨ ਅਪੀਲ। ਕੋਈ 150 ਅਪੀਲ ਥੋੜਾ ਗਈ ਸੀ ਜੀ। ਆਟੇ ਦਾਲ ਦੇ ਖਿਲਾਫ ਇੱਕ ਉਹਨਾਂ ਦੀ ਯੂਨੀਅਨ ਗਈ ਹੈ ਜਿਹਨੂੰ ਇੱਕ ਆਦਮੀ ਰਿਪਰੈਜ਼ੈਂਟ ਕਰ ਰਿਹਾ, ਉਹਦੇ ਤੇ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤਾ ਕਿ ਬੰਦਿਸ਼ ਲਗਾ ਦਿੱਤੀ ਕਿ ਬਿਲਕੁਲ ਠੀਕ ਹੈ, ਇਹਦੇ ਵਿੱਚ ਵੀ ਰੂਲਸ ਦੇ ਵਿੱਚ ਜਿਹੜਾ ਹੈ ਸਹੀ ਮਾਇਨੇ ਦੇ ਵਿੱਚ ਵੀ ਡੋਂਟ ਐਗਰੀ ਵਿਦ ਦਿਸ ਪਾਲਿਸੀ ਆਫ ਯੂਰ। ਚਿੱਠੀ ਤੇ ਇੱਕ ਹੀ ਬੜੀ ਗਈ, ਇੱਥੇ ਤੇ 3 ਗਈਆਂ ਸੀ, ਇੰਡੀਪੈਂਡੈਂਟ ਚਿੱਠੀਆਂ ਗਈਆਂ ਸੀ। ਅੱਛਾ, ਵੀ ਆਰ ਦੀ ਮੇਨ ਆਪੋਜੀਸ਼ਨ। ਜਿੱਥੇ ਕਿਤੇ ਇਹ ਫਰੇਬ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਫਰਾਡ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਮੈਨੂੰ ਦੱਸੋ। ਮੈਂ ਪੁੱਛਿਆ ਸੀ ਉਹਨਾਂ ਨੂੰ, ਮੈਂ ਕਿਹਾ ਕਿ ਚਿੱਠੀ ਦੇ ਵਿੱਚ ਜਿਹੜੀ ਗਵਰਨਰ ਸਾਹਿਬ ਨੇ ਲਿਖੀ ਹੈ ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਿ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ, ਫਿਰ ਉਹਦੇ ਬਾਅਦ ਸੁਖਪਾਲ ਖਹਿਰਾ ਦਾ ਨਾਮ ਆਉਂਦਾ ਹੈ, ਉਹਦੇ ਬਾਅਦ ਅਸ਼ਵਨੀ ਸ਼ਰਮਾ ਦਾ ਨਾਮ ਆਉਂਦਾ ਹੈ। ਮੈਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਜਦੋਂ ਮੰਤਰੀ ਸਾਹਿਬ ਨੇ ਗੱਲ ਕੀਤੀ, ਮੰਤਰੀ ਨੇ ਗੱਲ ਕੀਤੀ, ਤਾਂ ਮੈਂ ਕਿਹਾ ਕਿ ਉਹਦੇ ਅੱਗੇ ਲੀਡਰ ਆਫ ਆਪੋਜੀਸ਼ਨ ਵਰਡ ਵੀ ਲਿਖਿਆ ਹੋਇਆ ਹੈ। ਕਹਿੰਦੇ ਕਾਊਂਸਲ ਆਫ ਮਿਨਿਸਟਰਸ ਜਿਹੜੇ ਆ ਉਹ ਜ਼ਿਆਦਾ ਵੱਡੇ ਹੁੰਦੇ ਹੈ ਕਿ ਦੂਸਰੀ ਧਿਰ ਜ਼ਿਆਦਾ ਵੱਡੀ। ਤੁਸੀਂ ਇਟ ਇਜ਼ ਨਾਟ ਅ ਕੁਐਸਚਨ ਆਫ ਕਾਊਂਸਲ ਆਫ ਮਿਨਿਸਟਰਸ ਜਾਂ ਦੂਜੀ ਧਿਰ, ਇਟ ਇਜ਼ ਅ ਕੁਐਸਚਨ ਆਫ ਦੀ ਲਾਅ। ਗੱਲ ਅਸੀਂ ਕਾਨੂੰਨ ਦੀ ਕਰ ਰਹੇ ਹਾਂ, ਅਸੀਂ ਨੰਬਰਾਂ ਦੀ ਗੱਲ ਨਹੀਂ ਕਰ ਰਹੇ। ਜਦੋਂ ਕਾਨੂੰਨ ਅਲਾਉ ਨਹੀਂ ਕਰਦਾ, ਵੇਖੋ ਕਾਨੂੰਨ ਦੇ ਮੁਤਾਬਕ, ਪ੍ਰੋਸੀਜਰਸ ਦੇ ਰੂਲਸ ਦੇ ਮੁਤਾਬਕ ਹੀ ਵਿਧਾਨ ਸਭਾ ਚੱਲ ਸਕਦੀ। ਜਦੋਂ ਉਹ ਕੋਈ ਕਾਇਦਾ ਕਾਨੂੰਨ ਅਲਾਉ ਨਹੀਂ ਕਰ ਸਕਦਾ, ਤੁਸੀਂ ਵਿਧਾਨ ਸਭਾ ਚਲਾ ਕਿਸ ਤਰ੍ਹਾਂ ਸਕਦੇ ਹੋ ਜੀ? ਹੁਣ ਕੱਲ ਨੂੰ ਇਹ ਕਹਿ ਦੇਣਗੇ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਕਬੱਡੀ ਦਾ ਮੈਚ ਕਰਾਣਾ ਜੀ। ਲਿਖੋ ਕਿਤਾਬ ਦੇ ਵਿੱਚ ਕਿੱਥੇ ਲਿਖਿਆ ਕਬੱਡੀ ਦਾ ਮੈਚ ਨਹੀਂ ਹੋ ਸਕਦਾ। ਬਹਿਸ ਦੀ ਜਗ੍ਹਾ ਤੇ ਕੱਲ ਨੂੰ ਇਹੀ ਇਹਨਾਂ ਦੇ ਸਪੋਕਸਮੈਨ ਇਹ ਕਹਿ ਦੇਣ ਕਿ ਅਸੀਂ ਬਹਿਸ ਨਹੀਂ ਕਰਾਣੀ, ਅਸੀਂ ਉੱਥੇ ਕੋਈ ਕਾਗਜ਼ ਨਹੀਂ ਪਲੇਸ ਕਰਨਾ, ਅਸੀਂ ਉੱਥੇ ਕਬੱਡੀ ਦਾ ਮੈਚ ਕਰਾਣਾ ਵੈਲ ਦੇ ਵਿੱਚ। ਉੱਥੇ ਕਿੱਥੇ ਲਿਖਿਆ ਕਿ ਕਬੱਡੀ ਦਾ ਮੈਚ ਨਹੀਂ ਹੋ ਸਕਦਾ ਜੀ? ਉਹ ਕਹਿੰਦੇ ਕਾਨੂੰਨ ਮੁਤਾਬਕ। ਇਹ ਹੁਣ ਕਹਿੰਦੇ ਨੇ ਕਿ ਕਾਨੂੰਨ 'ਚ ਕਿੱਥੇ ਲਿਖਿਆ ਕਿ ਅਸੀਂ ਉਹ ਨਹੀਂ ਲੈ ਸਕਦੇ ਆਪਣਾ ਵੋਟ ਜਿਹੜਾ ਕੀ ਇਹਨੂੰ ਕਹਿ ਰਹੇ ਨੇ ਕੌਨਫੀਡੈਂਸ ਦਾ। ਇਹ ਅਸੀਂ ਕਿਹਾ ਕਿ ਇਹ ਦੱਸੋ, ਨੋ ਕੌਨਫੀਡੈਂਸ ਦਾ ਜ਼ਿਕਰ ਕੀਤਾ, ਜਿੱਥੇ ਨਹੀਂ ਜ਼ਿਕਰ ਕੀਤਾ ਹੁੰਦਾ ਦੈਟ ਮੀਨਸ ਇਟ ਇਜ਼ ਨਾਟ ਅਲਾਉਡ। ਉਹ ਦੂਜੇ ਪਾਸੇ ਕਹੀ ਜਾਂਦੇ ਸਾਨੂੰ ਇਹ ਦੱਸੋ ਕਿੱਥੇ ਲਿਖਿਆ ਕੌਨਫੀਡੈਂਸ ਦਾ ਵੋਟ ਨਹੀਂ। ਮਤਲਬ ਹੀ ਉਹਦਾ ਇਹ ਹੈ, ਇਫ ਇਟ ਇਜ਼ ਨਾਟ ਅ ਪਾਰਟ ਆਫ ਦੀ ਰੂਲਸ ਐਂਡ ਰੈਗੂਲੇਸ਼ਨ, ਕਿ ਜਿਹੜਾ ਉਹਦੇ ਵਿੱਚ ਨਹੀਂ ਲਿਖਿਆ ਕਿਤਾਬ ਦੇ, ਉਹ ਕੋਈ ਵੀ ਚੀਜ਼ ਅਲਾਉਡ ਨਹੀਂ। ਤੁਸੀਂ ਹਮੇਸ਼ਾ ਬਹੁਤ ਜ਼ਿਆਦਾ ਖੁੱਲੇ ਤਰੀਕੇ ਦੇ ਨਾਲ ਆਪਣੀ ਗੱਲ ਕਹਿੰਦੇ ਰਹੇ ਹੋ, ਹਰ ਚੀਜ਼ ਦੱਸਦੇ ਰਹੇ ਹੋ, ਔਰ ਪੰਜਾਬ ਨੂੰ ਲੈ ਕੇ ਹਮੇਸ਼ਾ ਤੁਸੀਂ ਕਿਹਾ ਕਿ ਮੈਂ ਬਹੁਤ ਸੁਹਿਰਦ ਹਾਂ। ਤੁਸੀਂ ਮੈਂਬਰ ਪਾਰਲੀਮੈਂਟ ਸੀਗੇ, ਰਹੇ ਹੋ ਲੰਮੇ ਸਮੇਂ ਤੱਕ। ਉਹ ਤੋਂ ਛੱਡ ਕੇ ਤੁਸੀਂ ਉਦੋਂ ਹੀ ਕਹਿਣਾ ਸ਼ੁਰੂ ਕਰਤਾ ਸੀ ਕਿ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਧਰਤੀ 'ਤੇ ਆ ਕੇ ਆਪਣੇ ਤਰੀਕੇ ਦੇ ਨਾਲ ਇੱਥੇ ਸੇਵਾ ਕਰਨਾ ਚਾਹੁੰਦਾ, ਜਾਂ ਲੋਕਾਂ ਦੇ ਵਿੱਚ ਆਉਣਾ ਚਾਹੁੰਦਾ, ਇੱਥੋਂ ਦੀ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਜਿੱਥੋਂ ਤੱਕ ਹੋ ਸਕੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਜਾਂ ਐਡਰੈਸ ਕਰਵਾ ਸਕੀਏ, ਉਹ ਕਰਨਾ ਚਾਹੁੰਦੇ ਹਾਂ। ਤੁਸੀਂ ਵੀ ਕੱਲ੍ਹ ਗੱਲ ਕੀਤੀ, ਤੁਹਾਡੇ ਪਖਵਾੜੇ ਤੋਂ ਕੱਲ੍ਹ ਪ੍ਰੈਸ ਕਾਨਫਰੰਸਿਸ ਜਦੋਂ ਹੁੰਦੀਆਂ ਤਾਂ ਤੁਸੀਂ ਵੀ ਗੱਲ ਕੀਤੀ ਕਿ ਸਾਡੇ ਜਿਹੜੇ ਬੀਜੇਪੀ ਹੈਗੀ ਹੈ ਉਹ ਸਾਡੇ ਮਤਲਬ ਕਿ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਵੀ ਕਨੈਕਟਡ ਨੇ, ਕੁਝ ਲੋਕ ਸਾਡੇ ਕੋਲ ਵੀ ਆਉਣਾ ਚਾਹੁੰਦੇ ਆ। ਨੰਬਰ ਦਿੱਤਾ ਤੁਸੀਂ। ਦੇਖੋ ਮੇਰੀ ਮੈਮ ਇੱਕੋ ਦਮ ਹੈ, ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਤੁਸੀਂ ਇਹ ਦੇਸ਼ ਦੇ ਵਿੱਚ ਭਰਮ ਫੈਲਾਉਣਾ ਚਾਹੁੰਦੇ ਹੋ ਕਿ ਤੁਹਾਡੇ ਬੰਦੇ ਹੀ ਇਕੱਲੇ ਇਹੋ ਜਿਹੇ ਨੇ ਜਿਹੜੇ ਅਸੂਲ ਵਾਲੇ ਨੇ, ਤੁਹਾਡੇ ਬੰਦੇ ਹੀ ਇਹੋ ਜਿਹੇ ਜਿਹੜੇ ਸੇਲੇਬਲ ਨਹੀਂ ਨੇ, ਤੁਹਾਡਾ ਬੰਦਾ ਕੋਈ ਟੁੱਟਦਾ ਕਦੀ ਨਹੀਂ। ਮੈਂ ਉਹਨਾਂ ਨੂੰ ਕਿਹਾ ਕਿ ਬਾਕੀ ਬਾਹਰ ਹਿੰਦੁਸਤਾਨ ਦੀ ਗੱਲ ਤੇ ਕਰਾਂਗੇ ਆਪਾਂ ਬਾਅਦ 'ਚ, ਆਪਾਂ ਪੰਜਾਬ ਤੋਂ ਹੀ ਸ਼ੁਰੂ ਹੋ ਜਾਂਦੇ ਹਾਂ। ਸੁਖਪਾਲ ਸਿੰਘ ਖਹਿਰਾ ਜੀ ਜਿਹੜੇ ਅੱਜ ਕਾਂਗਰਸ ਦੇ MLA ਨੇ ਭੁਲਾਤੋ ਤੋਂ, ਉਹ ਇਹਨਾਂ ਦੇ ਲੀਡਰ ਆਫ ਦੀ ਆਪੋਜੀਸ਼ਨ ਸੀ। 10 MLA ਸਾਡੇ, ਨਾਜਰ ਸਿੰਘ ਮਾਨਸਈਆ ਤੋਂ ਪੀਰਮਲ ਸਿੰਘ, 10 ਬੰਦੇ ਇਹੋ ਜਿਹੇ ਨੇ ਜਿਹੜੇ ਪਿਛਲੀ ਵਾਰ MLA ਸੀ ਇਹਨਾਂ ਦੇ, ਉਹ ਸਾਡੇ ਨਾਲ ਆ ਗਏ ਨੇ, ਸਾਡੀ ਪਾਰਟੀ 'ਚ ਆ ਗਏ ਨੇ। ਦੱਸੋ ਛੱਡ ਕੇ ਨਹੀਂ ਆਏ ਜੀ? ਨਹੀਂ, ਪਰ ਜਿਹੜੇ ਹੁਣ ਇਨ ਟੱਚ ਗਏ ਨੇ, ਕੱਲ ਰਾਜਾ ਵੜਿੰਗ ਜੀ ਨੇ ਜਿਹੜੀ ਗੱਲ ਕਹੀ ਹੈ ਉਹ ਮੈਂ ਇੰਡੋਰਸ ਕਰਨਾ। there are a lot of people ਜਿਹੜੇ ਬੜੇ ਡਿਸਇਲੂਜ਼ਨ ਨੇ, ਸਾਡੇ ਨਾਲ ਵੀ ਇਨ ਟੱਚ ਨੇ, ਹੋ ਸਕਦਾ ਕਿਸੇ ਹੋਰ ਪਾਰਟੀ ਨਾਲ ਵੀ ਹੋਣ। they are in touch with us ਜੀ। ਇੱਕ ਇਮੀਡੀਏਟ ਆਉਣਾ, ਇੱਕ ਇਨ ਟੱਚ ਹੋਣਾ, ਬਹੁਤ ਸਾਰੇ ਨੇ। ਐਂਡ ਮੈਂ ਸਮਝਦਾ ਇਹ ਨੰਬਰ ਵਧੀ ਜਾਣਾ ਨਾਲੋਂ ਨਾਲ। ਉਹਨਾਂ ਦੀ ਕੰਪਲੀਟ ਡਿਸਇਲੂਜ਼ਨਮੈਂਟ ਹੈ। ਇਹ ਜੋ ਤੌਰ ਤਰੀਕਾ ਗਵਰਨਮੈਂਟ ਰਨ ਕਰਦਾ, they are not happy। ਬਿਲਕੁਲ ਰਾਜਾ ਵੜਿੰਗ ਨੇ ਜੋ ਗੱਲ ਕਹੀ ਮੈਂ ਇੰਡੋਰਸ ਕਰਨਾ ਇਸ ਗੱਲ ਜੀ। ਸਰ, ਜਿਹੜਾ ਇਸ ਟਾਈਮ ਹਾਲਾਤ ਨੇ ਪੰਜਾਬ ਦੇ, ਕਿਉਂਕਿ ਆਮ ਆਦਮੀ ਪਾਰਟੀ ਜਦੋਂ ਐਜ਼ ਅ ਰੂਲਿੰਗ ਪਾਰਟੀ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਨਵਾਂ ਬਦਲ ਲੈ ਕੇ ਆ ਰਹੇ ਹਾਂ, ਤੇ ਕਿਤੇ ਨਾ ਕਿਤੇ ਜਿਹੜੀ ਭਾਜਪਾ ਦੀ ਜੇ ਅਸੀਂ ਗੱਲ ਕਰੀਏ, ਗੱਲਾਂ ਚੱਲਦੀਆਂ ਰਹੀਆਂ ਨੇ ਕਿ ਉਹ ਬਿਲਕੁਲ ਪੰਜਾਬ ਦੇ ਵਿੱਚ ਹੌਲੀ ਹੌਲੀ ਆਪਣਾ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਉਹਨਾਂ ਦੀ ਟੁੱਟ ਗਈ ਤੜਕ ਕਰਕੇ ਹੋ ਚੁੱਕੀ ਹੈ ਅਕਾਲੀ ਦਲ ਦੇ ਨਾਲ। ਆਉਣ ਵਾਲਾ ਸਮਾਂ ਤੁਹਾਨੂੰ ਕਿਵੇਂ ਦਾ ਲੱਗਦਾ? ਕਿਉਂਕਿ ਆਮ ਆਦਮੀ ਪਾਰਟੀ ਹਿਮਾਚਲ ਦੇ ਵਿੱਚ, ਗੁਜਰਾਤ ਦੇ ਵਿੱਚ
ਤੇ ਕਾਂਗਰਸ ਜਿਹੜਾ ਹੈ ਉਹ ਕਿੱਥੇ ਆਪਣਾ ਕਿਸ ਤਰੀਕੇ ਦੇ ਨਾਲ ਰੋਲ ਪਲੇ ਕਰੇਗੀ, ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ? ਇੱਕ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ, ਜਿਸ ਤਰ੍ਹਾਂ ਮੈਂ ਏਕਨਾਥ ਸ਼ਿੰਦੇ ਵਾਲੀ ਗੱਲ ਕੀਤੀ, ਇਹ ਵੀ ਸੱਚ ਹੋਈ। ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਆਪ ਪਾਰਟੀ ਹੈ ਬੇਸਿਕਲੀ ਇਹ ਬੀ ਟੀਮ ਹੈ, ਇਹ ਕ੍ਰਿਸ਼ਨ ਹੈ RSS। ਉਹ ਤਾਂ ਤੁਹਾਨੂੰ ਕਹਿੰਦੇ ਕਿ ਕਾਂਗਰਸ ਤੁਸੀਂ ਮੇਰੀ ਉਹ ਸਾਨੂੰ ਕੀ ਕਹਿੰਦੇ ਹੋ ਛੱਡੋ, ਜੋ ਮੈਂ ਕਹਿ ਰਿਹਾ ਉਸ ਸਾਰੇ ਤੁਹਾਡੇ ਵਿਊਜ਼ ਨੂੰ ਇਹਦੀ ਜਾਣਕਾਰੀ ਹੋਣੀ ਚਾਹੀਦੀ ਜੀ। ਇਹ ਬੇਸਿਕਲੀ RSS ਦੀ ਕ੍ਰਿਸ਼ਨ। ਜਦੋਂ ਅੰਨਾ ਹਜ਼ਾਰੇ ਜੀ 2011-12 ਦੇ ਵਿੱਚ ਲੈ ਕੇ ਆਏ ਨੇ ਮਹਾਰਾਸ਼ਟਰ ਤੋਂ, ਉਹਨਾਂ ਨੂੰ ਇਹ ਇੱਕ ਪਿੰਡ ਚੋਂ RSS ਦੀ ਟੀਮ ਉਹਨਾਂ ਨੂੰ ਲੈ ਕੇ ਆਂਦੀ, ਗਾਂਧੀਅਨ ਸਨ, ਹਾਂਜੀ, ਇਮਾਨਦਾਰ ਸਨ, ਚੰਗੀ ਬਦਲ ਚਾਹੁੰਦੇ ਸੀ, ਉਹਨਾਂ ਨੂੰ ਵਰਗਲਾ ਕੇ ਲੈ ਕੇ ਆਏ। ਰਾਮਲੀਲਾ ਗਰਾਊਂਡਸ ਦੇ ਵਿੱਚ 30-40 ਹਜ਼ਾਰ ਦਾ ਰੋਜ਼ ਇਕੱਠ ਕਰਨਾ, ਉਹ ਸਾਰਾ ਕਾਡਰ RSS ਦਾ ਸੀ। ਉੱਥੇ ਉਹਨਾਂ ਨੇ ਇੰਡੀਆ ਅਗੇਂਸਟ ਕਰਪਸ਼ਨ ਇੱਕ ਕਿਸਮ ਦੀ ਮੁਹਿੰਮ ਸ਼ੁਰੂ ਕੀਤੀ ਕਿ ਦੇਸ਼ ਦੇ ਵਿੱਚ ਅਸੀਂ ਬਦਲ ਲਿਆਣਾ ਹੈ, ਅਸੀਂ ਸਵਰਾਜ ਚਾਹੁੰਦੇ ਹਾਂ, ਅਸੀਂ ਲੋਕਪਾਲ ਚਾਹੁੰਦੇ ਹਾਂ, ਜਨ ਲੋਕਪਾਲ ਚਾਹੁੰਦੇ ਹਾਂ, ਸਾਰਾ ਕੁਝ। ਉਹਨਾਂ ਦੇ ਸੱਜੇ ਹੱਥ ਆ ਕੇ ਅਰਵਿੰਦ ਕੇਜਰੀਵਾਲ ਜੀ ਬਹਿ ਗਏ, ਕਿਉਂਕਿ ਉਸ ਤੋਂ ਪਹਿਲੇ ਕਿਸੇ ਨੇ ਸੁਣਿਆ ਹੀ ਨਹੀਂ ਸੀ ਕੌਣ ਇੰਡੀਅਨ ਰੈਵਨਿਊ ਸਰਵਿਸਿਜ਼ ਦਾ ਕੋਈ ਅਫਸਰ ਸੀ ਜੀ। ਨਾਲ ਕੁਮਾਰ ਵਿਸ਼ਵਾਸ ਜੀ ਬਹਿ ਗਏ, ਡਾਕਟਰ ਕੁਮਾਰ। ਅਗਲੇ ਪਾਸੇ ਯੋਗਿੰਦਰ ਯਾਦਵ ਜੀ ਆ ਗਏ, ਇੱਕ ਪਾਸੇ ਪ੍ਰਸ਼ਾਂਤ ਭੂਸ਼ਣ ਜੀ ਆ ਗਏ। ਸੱਜੇ ਹੱਥ ਉਹ ਬਹਿ ਗਏ, ਖੱਬੇ ਹੱਥ ਆ ਕੇ ਕਿਰਨ ਬੇਦੀ ਜੀ ਬੈਠ ਗਏ। ਅਗਲੇ ਪਾਸੇ ਰਾਮਦੇਵ ਜੀ ਯੋਗਾ ਵਾਲੇ ਜਿਹੜੇ ਗੁਰੂ ਨੇ ਉਹ ਬੈਠ ਕੇ, ਉਸ ਤੋਂ ਅੱਗੇ ਜਨਰਲ VK ਸਿੰਘ ਜੀ ਬਹਿ ਗਏ। ਇਹ ਸਾਰੇ ਉਹ ਲੋਕ ਸਨ ਜਿਨ੍ਹਾਂ ਦੀ ਸੁਸਾਇਟੀ ਵਿੱਚ ਨਾਂ ਹੈ ਸੀ ਆਪਣੀ ਆਪਣੀ ਫੀਲਡ ਦੇ ਵਿੱਚ, ਪਰ ਦੇ ਵਰ ਨਾਟ ਪਾਰਟ ਆਫ ਐਨੀ ਪੋਲੀਟੀਕਲ ਸਿਸਟਮ। ਹੁਣ ਉਹ ਕੰਪੇਨ ਚਲਾਈ, ਉਸ ਕੰਪੇਨ ਨੇ ਬਹੁਤ ਵੱਡੇ ਪੈਮਾਨੇ ਤੇ UPA ਦੀ ਗਵਰਨਮੈਂਟ, ਡਾਕਟਰ ਮਨਮੋਹਨ ਸਿੰਘ ਦੀ UPA 2 ਨੂੰ ਬਹੁਤ ਵੱਡਾ ਨੌਜਵਾਨਾਂ ਦੇ ਵਿੱਚ ਇੱਕ ਉਹਨਾਂ ਦੇ ਖਿਲਾਫ ਇੱਕ ਜ਼ਹਿਰ ਪਾ ਦਿੱਤਾ ਕਿ ਇਸ ਗਵਰਨਮੈਂਟ ਦੇ ਵਿੱਚ ਗਲਤ ਕੰਮ ਹੋਏ ਨੇ, ਅਸੀਂ ਨਵਾਂ ਬਦਲ ਚਾਹੁੰਦੇ ਹਾਂ, ਲੋਕਾਂ ਵਿੱਚ ਇੱਕ ਨਵੀਂ ਇੱਕ ਕਾਮਨਾ ਸਾਰੇ ਦੇਸ਼ 'ਚ ਉੱਠੀ ਕਿ ਬਦਲਾਓ ਲਿਆਓ, ਇਹ ਪਾਰਟੀ ਬਦਲੋ, ਕੋਈ ਨਵੀਂ ਨੂੰ ਮੌਕਾ ਦਿਓ। ਤਾਂ ਤੁਸੀਂ ਵੇਖਦੇ ਹੋ ਕਿ ਆਹਿਸਤਾ ਆਹਿਸਤਾ ਜਿਹੜੇ ਅੰਨਾ ਹਜ਼ਾਰੇ ਜੀ ਸਨ ਉਹ ਤੇ ਚਲੇ ਗਏ ਆਪਣੇ ਪਿੰਡ, ਜਿੱਥੋਂ ਆਏ ਲੈ ਕੇ ਆਏ ਸੀ ਉੱਥੇ ਛੱਡ ਆਏ ਇਹਨਾਂ ਨੂੰ, ਪੂਨੇ ਦੇ ਕੋਲ ਪਿੰਡ ਉਹਨਾਂ ਨੇ। ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਉਹਦੇ ਚੋਂ ਪੈਦਾ ਹੁੰਦੀ, ਉਸ ਮੂਵਮੈਂਟ 'ਚ ਸੱਜਾ ਹੱਥ ਜਿਹੜਾ ਸੀ ਉਹ ਸਾਰੇ ਆਪ 'ਚ ਆ ਗਏ ਤੇ ਖੱਬਾ ਹੱਥ ਸਾਰਾ BJP ਚਲਾ ਗਿਆ। ਕਿਰਨ ਬੇਦੀ ਜੀ CM ਫੇਸ ਡਿਕਲੇਅਰ ਹੋ ਗਏ, ਉਸ ਤੋਂ ਬਾਅਦ ਜੁਆਇਨ ਕਰਦੇ ਨੇ ਭਾਜਪਾ ਨੂੰ, ਉਹ CM ਫੇਸ ਡਿਕਲੇਅਰ ਹੋ ਜਾਂਦੇ ਨੇ। ਜਨਰਲ VK ਸਿੰਘ ਆਰਮੀ ਛੱਡ ਕੇ ਆਏ ਸੀ, ਵਾਸ ਲੁਕਿੰਗ ਫॉर ਅ ਜੌਬ, ਉਹਨੂੰ BJP ਨੇ ਅਪਣਾ ਲਿਆ, ਉਹਨਾਂ ਨੂੰ ਗਾਜ਼ੀਆਬਾਦ ਤੋਂ ਇਲੈਕਸ਼ਨ ਲੜਾ ਕੇ ਫਿਰ ਹੁਣ ਮਿਨਿਸਟਰ ਨੇ ਉਹਨਾਂ। ਬਾਬਾ ਰਾਮਦੇਵ ਮੋਦੀ ਸਾਹਿਬ ਦੇ ਤੇ ਭਾਜਪਾ ਦੇ ਬ੍ਰਾਂਡ ਐਂਬੈਸਡਰ ਸਾਰੇ ਹਿੰਦੁਸਤਾਨ 'ਚ ਉਸ ਤੋਂ ਬਾਅਦ ਬਣ ਗਏ। ਸੋ ਮੈਂ ਜਿਹੜੀ ਤੁਹਾਨੂੰ ਗੱਲ ਸਮਝਾ ਰਿਹਾ, ਫਿਰ ਮੋਦੀ ਸਾਹਿਬ ਦਾ ਨਾਰਾ ਜਿਹੜਾ ਸੀ ਕਿ ਕਾਂਗਰਸ ਮੁਕਤ ਅਸੀਂ ਕਰਨਾ ਭਾਰਤ, ਕਾਂਗਰਸ ਮੁਕਤ ਕਰਨ ਵਾਸਤੇ ਕਿਸ ਤਰ੍ਹਾਂ ਹੋ ਸਕਦੀ? ਜਿਹੜੀਆਂ ਪਾਰਟੀਆਂ ਤੁਹਾਡੇ ਨਾਲ ਇੱਕ ਸੇਮ ਬੇਸ ਰੱਖਦੀਆਂ, ਵੇਖੋ ਜਿਸ ਤਰ੍ਹਾਂ ਅਕਾਲੀ ਦਲ ਹੈ, ਉਹ ਇੱਕ ਧਰਮ ਤੇ ਨਿਰਧਾਰਤ ਜਮਾਤ ਹੈ। ਭਾਜਪਾ ਵੀ ਜਿਹੜੀ ਹੈ ਉਹ ਵੀ ਇੱਕ ਧਰਮ ਨਾਲ, ਮੈਜੋਰਿਟੀ ਧਰਮ ਨਾਲ ਉਸ ਪਾਰਟੀ ਦੀ ਸਾਰੀ ਪਾਲਿਸੀ ਸਮਝੋ ਉਹਦੇ ਤੇ ਨਿਰਧਾਰਤ ਹੈ, ਬਾਕੀ ਪਾਲਿਸੀਆਂ ਬਾਅਦ 'ਚ। ਪਹਿਲੇ ਉਹਨਾਂ ਦਾ ਇੱਕ ਵਾਦ ਹੈ, ਇੱਕ ਵਾਦ ਨੂੰ ਇਸ ਤਰ੍ਹਾਂ ਹੀ ਅਕਾਲੀ ਦਲ ਵੀ ਕਿਸੇ ਇੱਕ ਪਰਟੀਕੂਲਰ ਰਿਲੀਜਨ ਕਰ। ਦੂਸਰੇ ਪਾਸੇ ਨੇ ਜਿਹੜੀਆਂ ਸੈਕੂਲਰ ਫੋਰਸਿਸ, ਨੈਸ਼ਨਲਿਸਟ ਫੋਰਸਿਸ, ਇਹਨਾਂ ਨੂੰ ਇਹੋ ਜਿਹਾ ਅੰਡੱਬਰ ਰਜਾਇਆ ਗਿਆ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਕਾਂਗਰਸ ਨੂੰ ਤਾਂ ਹੀ ਖਤਮ ਕਰ ਸਕੇ ਕਿ ਜੇ ਇਸ ਬੇਸ ਦੇ ਵਿੱਚ ਇਹ ਘੁਸੇਗੀ, ਉਸ ਬੇਸ ਦੇ ਵਿੱਚ ਫਿਰ ਘੁਸੀ ਹੈ। ਹੁਣ ਇਹਨਾਂ ਨੇ ਪਹਿਲੇ ਗੁਜਰਾਤ ਦੇ ਵਿੱਚ 4% ਵੋਟ ਲਈ, ਜਿਹੜੀ ਗਵਰਨਮੈਂਟ ਕਾਂਗਰਸ ਦੀ ਬਣਨੀ ਸੀ ਉਹ ਭਾਜਪਾ ਦੀ ਬਣ ਗਈ, ਕਿਉਂਕਿ ਫਰਕ ਤੇ 1-2% ਦਾ ਹੀ ਹੁੰਦਾ ਸਟੇਟ 'ਚ, ਬਹੁਤ ਘੱਟ ਹੈ ਕਿ 2 ਜਾਂ 3% ਤੋਂ ਵੱਧ ਦਾ ਫਰਕ ਹੈ। ਇਸ ਤਰ੍ਹਾਂ ਹੀ ਉੱਤਰਾਖੰਡ ਸਾਡੀ ਇਹਨਾਂ ਇਲੈਕਸ਼ਨ ਲੜਾਈ। ਹੁਣ ਵੀ ਪਾਰਟਿਕੂਲਰਲੀ ਗੱਲ ਲੋਕਾਂ ਨੂੰ ਸਮਝ ਆਏਗੀ, ਹੁਣ ਵੀ ਗੁਜਰਾਤ ਦੇ ਵਿੱਚ ਤੇ ਹਿਮਾਚਲ ਵਿੱਚ। ਵੇਖੋ ਮੈਂ ਹਿਮਾਚਲ ਦਾ ਇੰਚਾਰਜ ਹਾਂ ਜੀ, ਆਈ ਐਮ ਅਬਜ਼ਰਵਰ ਦੇਅਰ, ਵਾਟ ਆਈ ਅਬਜ਼ਰਵਡ ਇਜ਼ ਤੇ ਇਹਨਾਂ ਦੀ ਕੋਈ ਪ੍ਰੈਜ਼ੈਂਸ ਨਹੀਂ ਹੈ। ਬਟ ਇਹ ਪੰਜਾਬ ਦੇ ਬਾਰਡਰਸ ਤੇ ਜਿੰਨੇ ਹਲਕੇ ਨੇ ਹਿਮਾਚਲ ਨਾਲ ਅਸੀਂ ਸ਼ੇਅਰ ਕਰਦੇ, ਆ ਜਿਹੜੀ ਸ਼ਿਵਾਲਿਕ ਰੇਂਜਸ ਨੇ, ਰੋਪੜ ਤੋਂ ਚੱਲਦੇ ਹੋਏ ਜਾਂ ਨੰਗਲ ਤੋਂ ਚੱਲਦੇ ਹੋਏ ਗੁਰਦਾਸਪੁਰ ਤੇ ਹੁਸ਼ਿਆਰਪੁਰ, ਇਹ ਸਾਰੀ ਜਿਹੜੀ ਉਹਦੇ ਉੱਤੇ ਹੁਣ ਕਿਉਂਕਿ ਪੰਜਾਬ 'ਚ ਰਾਜ ਕਰ ਰਹੇ ਨੇ, ਇਹਨਾਂ ਕੋਲ 2-2, 3-3 ਹਜ਼ਾਰ ਵੋਟ ਹੈ। ਉਹ 2-2, 3-3 ਹਜ਼ਾਰ ਵੋਟ ਮੈਜੋਰਿਟੀ ਕਾਂਗਰਸ ਦਾ ਜਿਹੜਾ
ਵੋਟਰ ਹੈ, ਜੀ। ਭਾਵੇਂ ਦਲਿਤ ਹੋਏ, ਭਾਵੇਂ ਬੈਕਵਰਡ ਕਲਾਸਿਸ ਹੋਣ, ਜੀ ਸਮਝਦੇ ਹੋ, ਜੀ ਜਾਂ ਬਾਕੀ ਕੁਝ ਕਮਿਊਨਿਟੀਜ਼ ਇਹੋ ਜਿਹੀਆਂ ਜਿਹੜੀਆਂ ਭਾਜਪਾ ਨੂੰ ਨਹੀਂ ਪੈਂਦੀਆਂ, ਉਹ ਜਦੋਂ ਸਾਡੇ ਵਿੱਚ ਡਿਵੀਜ਼ਨ ਹੋਏਗੀ, ਇਹਦਾ ਆਬਵੀਅਸ ਐਡਵਾਂਟੇਜ ਭਾਜਪਾ ਨੂੰ ਜਾਏਗਾ। ਤਾਂ ਮੈਂ ਇਹੀ ਗੱਲ ਇੱਥੇ ਸਮਝਾਉਣਾ ਚਾਹੁੰਦਾ ਕਿ ਇਹ ਬੇਸਿਕਲੀ, ਦੂਜੀ ਗੱਲ ਹੈ ਕਿ ਇਹਨਾਂ ਨੂੰ ਭਾਜਪਾ ਵਾਲਿਆਂ ਨੇ ਰੱਖਿਆ ਸੀ ਕਿ ਤੁਸੀਂ ਦਿੱਲੀ ਤੱਕ ਹੀ ਰਹਿਣਾ। ਹੁਣ ਤੁਸੀਂ ਵੇਖੋ, ਮੈਂ ਤਾਂ ਬੜੀ ਇੰਟਰਸਟਿੰਗ ਚੀਜ਼ ਤੁਹਾਡੇ ਸੁਣਨ ਵਾਲਿਆਂ ਨੂੰ ਦੱਸਣ ਲੱਗਾ ਜੀ। ਜਿੰਨੀ ਵਾਰ ਅਸੈਂਬਲੀ ਆਈ ਹੈ, ਆਪ ਜਿੱਤਦੀ ਹੈ ਪਿਛਲੀ 3-4 ਇਲੈਕਸ਼ਨ ਤੋਂ, ਜਦੋਂ ਪਾਰਲੀਮੈਂਟ ਆਉਂਦੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਪਾਰਲੀਮੈਂਟ ਦੀਆਂ ਮੋਦੀ ਸਾਹਿਬ ਜਿੱਤ ਜਾਂਦੇ ਜੀ। 7 ਦੀਆਂ 7 ਇਸ ਟਾਈਮ ਪਾਰਲੀਮੈਂਟ ਦੀਆਂ ਸੀਟਾਂ ਉਹਨਾਂ ਕੋਲ। ਸੋ ਯੂ ਅੰਡਰਸਟੈਂਡ, ਭਾਜਪਾ ਨੂੰ ਗਵਰਨਮੈਂਟ ਫਾਰਮ ਕਰਨ ਵਾਸਤੇ ਦਿੱਲੀ ਵਿੱਚ ਚਾਹੀਦੀਆਂ ਹੁੰਦੀਆਂ ਸੀਟਾਂ। ਜੇ ਇੱਕ ਅੱਧੀ ਸਟੇਟ, ਅੱਛਾ ਸਟੇਟ ਵੀ ਨਹੀਂ, ਉਹ ਵੀ ਆਪਣੇ ਆਪ 'ਚ ਇੱਕ ਗਲੋਰੀਫਾਈਡ ਮਿਊਨਿਸਪਲ ਕਾਰਪੋਰੇਸ਼ਨ ਹੈ ਦਿੱਲੀ। ਉੱਥੇ ਪੁਲਿਸ ਪਾਵਰਸ ਹੈ ਨਹੀਂ, MCD ਹੈ ਨਹੀਂ, ਇਹਨਾਂ ਕੋਲ ਫਲਾਈਓਵਰ ਹੈ ਨਹੀਂ, ਇਹਨਾਂ ਕੋਲ 에ਅਰਪੋਰਟ ਹੈ ਨਹੀਂ, ਇਹਨਾਂ ਕੋਲ ਰੇਲਵੇ ਸਟੇਸ਼ਨ ਹੈ ਨਹੀਂ। ਸੋ ਛੋਟੀ ਜੀ ਪਾਵਰ ਇਹਨਾਂ ਜੀ। ਉਹ ਉਹਨਾਂ ਨੇ ਅਲਾਉ ਕਰਤੀ ਕਿ ਆਹ ਤੁਸੀਂ ਇੱਥੇ ਕਬਜ਼ਾ ਆਪਣਾ ਰੱਖੋ, ਬਾਕੀ ਜਗ੍ਹਾ ਜੜਾ ਵੱਢੋ ਕਾਂਗਰਸ ਦੀ। ਤਾਂ ਇਹ ਬੀ ਟੀਮ ਬੇਸਿਕਲੀ ਇਹ ਨੇ। ਇਹਨਾਂ ਨੇ ਹੁਣ ਜਦੋਂ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ, ਜਿਹੜਾ ਇਹਨਾਂ ਦੀ ਟੈਸਟ ਅੰਡਰਸਟੈਂਡਿੰਗ ਸੀ, ਕੇਜਰੀਵਾਲ ਦੀ ਜਿਹੜੀ ਭਾਜਪਾ ਨਾਲ ਅੰਡਰਸਟੈਂਡਿੰਗ ਸੀ, ਉਹ ਸੀ ਦਿੱਲੀ ਤੱਕ ਜੀ। ਜਦੋਂ ਇਹਨੇ ਹੁਣ ਬਾਹਰ ਪੈਰ ਪਸਾਰਨੇ ਸ਼ੁਰੂ ਕਰਤੇ ਤੇ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨਸ ਤੇ ਨਹੀਂ ਉਤਰੀਆਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ 5 ਸਾਲ ਜਿਸ ਹਿਸਾਬ ਦੇ ਨਾਲ ਇਹਨੇ ਰਾਜ ਕੀਤਾ, ਉਸ ਦੇ ਨਾਲ ਲੋਕ ਡਿਸਇਲੂਜ਼ਨਡ ਅਕਾਲੀ ਦਲ ਤੋਂ ਵੀ ਸੀ, ਫਿਰ ਕਾਂਗਰਸ ਤੋਂ ਵੀ ਹੋ ਗਏ। ਇਹਨਾਂ ਨੂੰ ਮੌਕਾ ਮਿਲ ਗਿਆ ਜੀ। ਇਹਨਾਂ ਨੂੰ ਨੈਗੇਟਿਵ ਵੋਟ ਤੇ ਆਏ ਨੇ, ਪੋਜ਼ਿਟਿਵ ਤੇ ਨਹੀਂ ਆਏ। ਬੜੀ ਅਹਿਮ ਗੱਲ ਕਹੀ ਹੈ ਤੁਸੀਂ ਕਿਹਾ ਕਿ ਦੋਨਾਂ ਤੋਂ ਡਿਸਇਲੂਜ਼ਨਡ ਹੋ ਗਏ। ਬਿਲਕੁਲ। ਤੁਸੀਂ ਹੁਣ ਮੇਨ ਰੋਲ 'ਚ ਆਏ ਹੋ, ਲੀਡਰ ਆਫ ਆਪੋਜੀਸ਼ਨ ਹੋ। ਰਾਜਾ ਵੜਿੰਗ ਜਿਹੜੇ ਨੇ ਉਹ ਇਸ ਟਾਈਮ ਪ੍ਰਧਾਨ ਨੇ ਕਾਂਗਰਸ ਦੇ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਫਿਰ ਇਕੱਠੀ ਹੋ ਸਕੇਗੀ? ਇੱਕ ਤਾਂ ਇਹ ਮੇਰਾ ਸਵਾਲ ਹੈ। ਦੂਸਰੇ ਪਾਸੇ ਸੈਸ਼ਨ ਆ ਰਿਹਾ ਦੁਬਾਰਾ, ਤੋਂ ਉਹਨਾਂ ਨੇ ਬੁਲਾ ਲਿਆ 27 ਤਰੀਕ ਨੂੰ। ਇੱਕ ਦਿਨ ਦਾ ਕਿਆ ਹੋ ਸਕਦਾ, 2 ਜਾਂ 3 ਦਿਨ ਦੇ ਵਿੱਚ ਚਲੇ ਜਾਵੇ। ਹੁਣ ਉਹਨੂੰ ਸਪੈਸ਼ਲ ਸੈਸ਼ਨ ਜਿਹੜਾ ਖਰੀਦੋ ਫਰੋਖਤ ਦੇ ਮਾਮਲੇ ਵਿੱਚ, ਕੌਨਫੀਡੈਂਸ ਮੋਸ਼ਨ ਲੈ ਕੇ ਆਉਣ ਦੇ ਮਾਮਲੇ ਦੇ ਵਿੱਚ, ਉਹਦੇ ਵਿੱਚ ਤਾਂ ਸ਼ਾਇਦ ਨਹੀਂ ਆਇਆ, ਕਿਉਂਕਿ ਉਹਨਾਂ ਨੇ ਕਹਿਤਾ ਕਿ ਅਸੀਂ ਮੁੱਦੇ ਹੋਰ ਲੈ ਕੇ ਆਵਾਂਗੇ ਜਿਹੜੇ ਕਿ ਜਨ ਮੁੱਦੇ ਨੇ, ਜਿਹੜੇ ਕਿ ਪਬਲਿਕ ਦੇ ਜਿਹੜੇ ਇੰਟਰਸਟ ਇਸ਼ੂਜ਼ ਨੇ, ਉਹ ਸਾਰੇ ਦੇ ਸਾਰੇ। ਤੁਹਾਨੂੰ ਕਿਵੇਂ ਲੱਗਦਾ ਹੁਣ ਗਵਰਨਰ ਦੁਬਾਰਾ ਤੋਂ ਇਜਾਜ਼ਤ ਦੇਣਗੇ? ਕਿਵੇਂ ਦਾ ਰਹੇਗਾ ਸਾਰਾ? ਕੋਈ ਇਸ ਗੱਲ ਦਾ ਮੈਨੂੰ ਇਲਮ ਨਹੀਂ, ਗਵਰਨਰ ਸਾਹਿਬ ਇਹਨਾਂ ਨੂੰ ਇਜਾਜ਼ਤ ਦਿੰਦੇ ਕਿ ਨਹੀਂ ਦਿੰਦੇ, ਬਟ ਮੈਂ ਸਮਝਣਾ ਕਿ ਦੇ ਵੀ ਦੇਣ। ਸਾਨੂੰ ਕੋਈ ਸੈਸ਼ਨ ਨਾਲ ਨਹੀਂ, ਅਸੀਂ ਤੇ ਆਪ ਇੱਕ ਸੈਸ਼ਨ ਮੰਗਦੇ ਸੀ। ਅਸੀਂ ਤੇ ਇੱਕੋ ਗੱਲ ਕਹੀ ਸੀ ਕਿ ਜਿੱਥੇ ਕਾਇਦਾ ਨਹੀਂ ਅਲਾਉ ਕਰਦਾ, ਕਾਨੂੰਨ ਨਹੀਂ ਅਲਾਉ ਕਰਦਾ, ਉਹ ਨਹੀਂ ਹੋਣਾ ਚਾਹੀਦਾ। ਪਿਛਲੀ ਵਾਰ ਇਹਨਾਂ ਨੇ ਕਿਹਾ ਸੀ ਸਾਡਾ ਇੱਕ ਹੀ ਆਈਟਮ ਹੈ, ਅਸੀਂ ਕੌਨਫੀਡੈਂਸ ਵੋਟ ਲੈਣਾ ਹੈ, ਤੇ ਕੌਨਫੀਡੈਂਸ ਵੋਟ ਦੀ ਪ੍ਰੋਵੀਜ਼ਨ ਹੀ ਨਹੀਂ ਸੀ, ਉਹਨਾਂ ਕੈਂਸਲ ਕਰ ਦਿੱਤਾ। ਹੁਣ ਇਹਨਾਂ ਨੇ ਉਹਨੂੰ ਬਦਲ ਲਿਆ, ਹੁਣ ਕਿਹਾ ਅਸੀਂ ਬਿਜਲੀ ਤੇ, ਅਸੀਂ ਆ ਜਿਹੜਾ ਸਟੇਬਲ ਬਰਨਿੰਗ ਤੇ ਇਹਨਾਂ ਤੇ ਚਰਚਾ ਕਰਨੀ। ਅਸੀਂ ਕਹਿੰਦੇ ਕਰੋ, ਬਟ ਉਹਦੇ ਨਾਲ ਵੀ ਇੰਪੋਰਟੈਂਟ ਚੀਜ਼ਾਂ ਨੇ। SY ਜਿਹੜੀ ਸਾਡੀ ਸ਼ਾਹਰ ਆ ਗਏ, ਉਹਦੇ ਤੇ ਅਸੀਂ ਆਲ ਪਾਰਟੀ ਮੀਟਿੰਗ ਸੱਦੀ, ਕਹੀਏ ਕਿ ਸੱਦੋ, ਚੀਫ ਮਿਨਿਸਟਰ ਸੱਦੇ, ਸਾਰੀ ਪੋਲੀਟੀਕਲ ਪਾਰਟੀ ਸੱਦਣ, ਉੱਥੇ ਅਸੀਂ ਕੀ ਸਟੈਂਸ ਲੈਣਾ, ਕਿਉਂਕਿ ਪਾਣੀ ਹੀ ਸਾਡਾ ਸ਼ਾਹਰ ਆ ਕੇ ਐਗਰੀਕਲਚਰ ਬੇਸਡ ਸਟੇਟ ਹੈ। ਪਾਣੀ ਤੋਂ ਬਿਨਾਂ ਇੱਕ ਤੁਪਕਾ ਸਾਨੂੰ ਹੁਣ ਪਾਣੀ ਦਾ ਸਾਡੇ ਕੋਲ ਹੋਰ ਹੈ ਕੋਈ ਨਹੀਂ, ਤਾਂ ਸਾਨੂੰ ਕਿਸ ਤਰ੍ਹਾਂ ਸੇਫਗਾਰਡ ਕਰਨਾ। ਅਸੀਂ ਸਾਡਾ ਸਾਰਿਆਂ ਨਾਲੋਂ ਵੱਡਾ ਇਸ ਤੋਂ ਬਾਅਦ ਮੈਟਰ ਹੈ ਜਿਹੜਾ ਸਾਡੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ, ਉਹ ਬੇਅਦਬੀ ਦਾ। ਇਹੀ ਕੇਜਰੀਵਾਲ ਸਾਹਿਬ ਨੇ ਕਿ 24 ਘੰਟਿਆਂ 'ਚ ਮੈਂ ਹੱਲ ਕਰ ਦੂੰ। ਮੇਰੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹੈ, ਸਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਜੋੜਦਾ ਰਿਹਾ, ਉਹਨੂੰ 10 ਮਿੰਟ ਦਾ ਟਾਈਮ ਨਹੀਂ ਦਿੱਤਾ। ਤੁਹਾਨੂੰ ਪਤਾ ਔਨ ਰਿਕਾਰਡ ਕਿਹਾ ਕੇਜਰੀਵਾਲ ਸਾਹਿਬ ਨੇ 24 ਘੰਟਿਆਂ 'ਚ ਮੈਂ ਬਰਗਾੜੀ ਤੇ ਬਹਿਬਲ ਕਲਾਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ, ਅਸੀਂ ਉਹਨਾਂ ਨੂੰ ਕਟਹਿਰੇ ਦੇ ਵਿੱਚ ਤੇ ਸਲਾਖਾਂ ਦੇ ਪਿੱਛੇ ਪਹੁੰਚਾਵਾਂਗੇ। 6 ਮਹੀਨੇ ਬੀਤ ਕੇ ਨਾ ਹੀ ਨਹੀਂ ਲੈਂਦੇ। ਮੈਂ ਪਿੱਛੇ ਚਿੱਠੀ ਲਿਖੀ ਸੀ ਕਿ ਸਪੈਸ਼ਲ ਸੈਸ਼ਨ ਸੱਦਿਆ ਜਾਏ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਬੇਅਦਬੀਆਂ ਦੇ ਉੱਤੇ। ਕੋਟਕਪੂਰਾ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਹੈ ਤੇ 2 ਸਾਡੇ ਨੌਜਵਾਨ ਜਿਹੜੇ ਸ਼ਹੀਦ ਕੀਤੇ ਗਏ, ਉਹਦੇ ਤੇ ਬਕਾਇਦਾ ਤੌਰ ਚਰਚਾ ਕਰੋ। ਆਪਣੀ ਇਹ ਦੱਸੋ ਤੁਹਾਡੀ ਪੋਜੀਸ਼ਨ ਕੀ ਹੈ। 6 ਮਹੀਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਖੁਦ ਵੀ ਕਿਹਾ ਸੀਗਾ ਕਿ ਟਾਈਮ ਦਿੱਤਾ ਜਾਵੇ। ਹੁਣ ਤੁਸੀਂ ਵੇਖੋ, ਦੇ ਹੈਵ ਡਨ ਨਥਿੰਗ ਐਟ ਆਲ। ਉਸ ਤੋਂ ਇਲਾਵਾ ਬਹੁਤ ਵੱਡੇ ਮੁੱਦੇ ਨੇ। ਤੁਸੀਂ ਜਿਸ ਤਰ੍ਹਾਂ ਇਹਨਾਂ ਨੇ MSP ਕਹੀ ਸੀ ਮੂੰਗ ਤੇ ਕਿ ਅਸੀਂ 100% ਨਹੀਂ ਪਰਚੇਸ ਕਰਾਂਗੇ। ਇਹਨਾਂ ਨੇ ਇੱਕ ਮਿਨੀਮਮ ਸਪੋਰਟ ਪ੍ਰਾਈਸ ਕੱਢਤੀ ਸੀ 7500 ਰੁਪਈਆ ਕੁਇੰਟਲ ਦਾ। 85% ਦੀ ਖਰੀਦ ਪ੍ਰਾਈਵੇਟ ਲੋਕਾਂ ਨੇ ਕੀਤੀ ਹੈ। ਕਿਸਾਨਾਂ ਨੂੰ ਪੂਰੇ ਪੈਸੇ ਨਹੀਂ ਮਿਲੇ, 7500 ਤੋਂ ਥੱਲੇ ਮਿਲੇ। ਉਹ ਸਾਡੀ ਡਿਮਾਂਡ ਹੈ ਕਿ ਉਹਨਾਂ ਨੂੰ ਕੰਪਨਸੇਟ ਕੀਤਾ ਜਾਏ। ਜੇ ਕਿਸੇ ਨੇ 6000 ਤੇ ਖਰੀਦੀ ਹੈ ਤੇ 1500 ਰੁਪਈਆ ਕੁਇੰਟਲ ਦਾ ਗਵਰਨਮੈਂਟ ਨੇ ਗਰੰਟੀ ਚੁੱਕੀ ਹੋ। ਉਸ ਤੋਂ ਬਾਅਦ ਮੈਡਮ ਡਾਇਰੈਕਟ ਸੋਇੰਗ
ਝੋਨੇ ਦੀ ਡਾਇਰੈਕਟ ਸੋਇੰਗ ਸਿੱਧੀ ਜਿਹੜੀ ਬਿਜਾਈ, ਸੀ ਸਿੱਧੀ 1500 ਰੁਪਇਆ ਕਹਿੰਦੇ ਸੀ ਕਿੱਲੇ ਦਾ, ਤਾਂ ਕਿਸੇ ਨੂੰ ਨਹੀਂ ਮਿਲਿਆ ਅਜੇ ਤੱਕ। ਉਹ ਇਹਦੇ ਵਿੱਚ ਸੈਸ਼ਨ ਦੇ ਵਿੱਚ ਲੈ ਕੇ ਆਣ, ਜਵਾਬ ਦੇਣ ਸਾਨੂੰ ਉਹਦੀ ਕੀ ਪੋਜੀਸ਼ਨ। ਫਿਰ ਉਸ ਤੋਂ ਬਾਅਦ ਇਹਦੀ ਗੁਲਾਬੀ ਰੰਗ ਦੀ ਇੱਕ ਸੁੰਡੀ ਹੈ, ਉਹਨੇ ਬਹੁਤ ਭਾਰੀ ਨੁਕਸਾਨ ਨਰਮੇ ਨੂੰ ਤੇ ਇੱਥੇ ਪਹੁੰਚਾਇਆ, ਕਾਟਨ ਨੂੰ ਪਹੁੰਚਾਇਆ ਮਾਲਵੇ ਦੇ ਵਿੱਚ, ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸ ਟਾਈਮ ਝੋਨੇ ਦਾ ਸਾਡੇ ਸਾਰੇ ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ ਝੋਨਾ ਜਿਹੜਾ 20 ਤੋਂ 25% ਉਹਦਾ ਨੁਕਸਾਨ ਹੋ ਗਿਆ। ਕੋਈ ਸਪੈਸ਼ਲ ਗਰਦਾਵਰੀਆਂ ਇਹਨਾਂ ਨੇ ਉਹਦੇ ਤੇ ਆਰਡਰ ਨਹੀਂ ਕੀਤੀਆਂ। ਸੋ ਇਹ ਜਿਹੜੇ ਪੰਜਾਬ ਦੇ ਭਖਦੇ ਹੋਏ ਮੁੱਦੇ ਨੇ, ਲਾਅ ਐਂਡ ਆਰਡਰ, ਸਾਰਿਆਂ ਨਾਲੋਂ ਵੱਡਾ ਸਿੱਧੂ ਮੂਸੇਵਾਲਾ, ਉਹਦੀ ਡੈਥ ਹੋਈ। ਗੈਂਗਸਟਰ ਓਪਨ ਗੈਂਗ ਵਾਰ ਹੈ, ਕਾਬੂ ਤੁਹਾਡੇ ਚੜ ਨਹੀਂ ਰਹੇ, ਫਰੌਤੀਆਂ ਲੋਕਾਂ ਕੋਲ ਮੰਗ ਰਹੇ ਨੇ, ਗੋਲੀਆਂ ਮਾਰ ਰਹੇ ਨੇ। ਕੱਲ ਜੋ ਜਲੰਧਰ ਵਿੱਚ ਹੋਇਆ, ਪਰਸੋਂ ਦੀ ਰਾਤ ਹੋਇਆ ਕਿ ਇਹਨਾਂ ਦੇ 2 MLAs ਨੇ, ਕਿ DCP ਲੈਵਲ ਦਾ ਅਫਸਰ ਜਿਹੜਾ ਕੁੱਟਿਆ, 200-250 ਗੁੰਡਾ ਲੈ ਕੇ ਕੁੱਟਿਆ। ਕੱਲ ਇੱਕ MLA ਦੇ, ਉਹਨਾਂ ਦੋਨਾਂ MLAs ਦੇ ਇੱਕ MLA ਦੇ ਛੋਟੇ ਭਾਈ ਨੇ ਸਿਵਲ ਹਸਪੀਟਲ ਜਾ ਕੇ ਲੇਡੀ ਡਾਕਟਰ ਨਾਲ ਮਿਸਬਿਹੇਵ ਕੀਤਾ, ਸਾਰਾ ਹਸਪਤਾਲ ਤੋੜਤਾ। ਸਾਰਾ ਪੇਪਰਸ ਰਿਪੋਰਟ ਕਰਦੇ ਨੇ। ਲੋ ਤੁਸੀਂ ਮੈਨੂੰ ਦੱਸੋ, ਇੱਕ ਬਾਰਡਰ ਦਾ ਸੂਬਾ ਹੋਵੇ, ਪਾਕਿਸਤਾਨ ਰੋਜ਼ ਦੇ ਰੋਜ਼ ਵੈਪਨ ਤੇ ਨਸ਼ਾ ਜਾਂ ਹੈਰੋਇਨ ਡਰੋਨਸ ਦੇ ਜ਼ਰੀਏ ਕਰ ਰਿਹਾ ਹੋਏ, ਤੁਸੀਂ ਪੁਲਿਸ ਫੋਰਸਿਸ ਨੂੰ ਡਿਮੋਰਲਾਈਜ਼ ਕਰ, ਤੁਸੀਂ ਪੁਲਿਸ ਦਾ ਇੱਕ ਅਫਸਰ ਕੁੱਟੋ, ਉਸ ਤੋਂ ਬਾਅਦ ਉਹਦੇ ਤੇ ਕੇਸ ਦਾਇਰ ਕਰ ਦਿੱਤਾ ਜਾਏ, ਫਿਰ ਤੁਹਾਡੇ ਹਾਈਐਸਟ ਲੈਵਲ ਤੇ ਪੁਲਿਸ ਇੰਟਰਵੀਨ ਕਰਕੇ ਤੇ ਉਹਨੂੰ ਧੱਕੇ ਨਾਲ, ਕੱਲ ਰਾਤ ਦਾ ਮੈਨੂੰ ਪਤਾ ਲੱਗਾ ਸਮਝੌਤਾ ਕਰਾਇਆ ਜੀ ਕਿ ਜਾਂ ਬੰਦੇ ਦਾ ਪੁੱਤਰ ਬਣ ਕੇ ਸਮਝੌਤਾ ਕਰ ਲਾ, ਨਹੀਂ ਤੇ ਖੁੱਡੇ ਲਾਈਨ ਲਾ ਦਾਂਗੇ, ਤੇਰਾ ਨੁਕਸਾਨ ਕਰ ਦਾਂਗੇ। ਕਿਸ ਤਰ੍ਹਾਂ ਕੰਮ ਚੱਲੇਗਾ ਜੀ? ਆ ਪਹਿਲਾ ਕੰਮ ਨਹੀਂ ਹੋਇਆ। 12-15 ਇਹਨਾਂ ਦੇ MLA, ਇੱਕ ਮਿਨਿਸਟਰ ਫੌਜਾ ਸਿੰਘ ਸ਼ਰੇਆਮ ਔਨ ਟੇਪ ਪੈਸੇ ਮੰਗ ਰਿਹਾ। ਇਹ ਜਿਹੜੀ ਸਾਫ਼ ਸੁਥਰੀ ਤੇ ਬਦਲਾਵ ਦੀ ਰਾਜਨੀਤੀ ਦੀ ਗੱਲ ਕਰਦੇ, ਨਾ ਹੀ ਨਹੀਂ ਲੈਂਦੇ। 12-14 MLA ਨੇ ਰੋਜ਼ ਦੇ ਰੋਜ਼। ਇੱਕ MLA ਦੇ ਕੱਲ ਪਿਤਾ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇੱਕ MLA ਦੀ ਵਾਈਫ ਕੱਲ ਉਹਨੂੰ ਸੀਟ ਨਹੀਂ ਮਿਲੀ ਫਰੀਦਕੋਟ 'ਚ, ਉਹ ਉਥੋਂ ਫੰਕਸ਼ਨ 'ਚ ਉੱਠ ਕੇ ਆਈ, ਮੇਰੀ VIP ਟ੍ਰੀਟਮੈਂਟ ਨਹੀਂ ਹੋ ਰਹੀ। ਖੁਦਕੁਸ਼ੀ ਵਾਲੀ ਗੱਲ ਤੇ ਤਾਂ ਖੈਰ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਨਹੀਂ ਐਸਾ ਨਹੀਂ ਹੋਇਆ। ਉਹਨਾਂ ਨੇ ਤੇ ਇਹੀ ਕਹਿਣਾ ਸੀ ਜੀ, ਉਹਨਾਂ ਨੇ ਤੇ ਇਹੀ ਕਹਿਣਾ ਸੀ ਕਿਸੇ, ਹਾਂਜੀ ਕੋਈ ਦੇਰ ਵਰ ਰੀਜ਼ਨਸ ਕੇ ਸਰਫਾਜ਼ ਖਾ ਗਏ ਨੇ MLA ਸਾਹਿਬ ਦੇ ਪਿਤਾ ਜੀ, ਬਿਨਾਂ ਗੱਲੋਂ ਖਾ ਗਏ ਜੀ। ਹੁਣ ਉਹ MLA ਸਾਹਿਬ ਜੋ ਮਰਜ਼ੀ ਕਹਿਣ, ਲੋਕਾਂ ਨੂੰ ਕਵਰ ਅਪ ਕਰਨ ਵਾਸਤੇ ਤੇ ਪੁਲਿਸ ਵੀ ਕਹੀ ਜਾਂਦੀ ਹੈ ਕਿ ਆਪਸ 'ਚ ਕੁੱਟ ਨਹੀਂ ਪਈ ਜੀ, ਸੁਲ੍ਹਾ ਹੋ ਗਈ ਜੀ। ਵਰਦੀ ਸਮੇਤ ਕੁੱਟਿਆ, ਵੀਡੀਓਜ਼ ਨੇ। ਡਾਕਟਰ ਨੂੰ ਮਿਸਬਿਹੇਵ ਕੀਤਾ, ਉਹ ਵੀ ਕੱਲ ਨੂੰ ਕਹਿ ਦੇਣਗੇ ਡਾਕਟਰ। ਹੁਣ ਵੇਖੋ, ਇੱਕ ਲੇਡੀ ਡਾਕਟਰ ਹੈ, ਔਨ ਫੋਨ ਉਹ ਸਾਰਾ ਕੁਝ ਆਪਣੀ ਵੀਡੀਓ ਤਿਆਰ ਕਰ ਰਹੀ ਹੈ। ਕੱਲ ਨੂੰ ਤੁਸੀਂ ਡਰਾਓਗੇ ਧਮਕਾਓਗੇ। ਇਹੀ ਇਹਨਾਂ ਚੋਂ ਇੱਕ MLA ਨੇ ਮਿਸਬਿਹੇਵ ਕੀਤਾ DC ਦੇ ਆਫਿਸ ਵਿੱਚ ਸ਼ਰੇਆਮ, ਫਿਰ ਮਾਫੀ ਮੰਗੀ, ਸਾਰਾ ਕੁਝ ਕੀਤਾ। ਸੋ ਦਿਸ ਇਜ਼ ਦ ਸਟੇਟ ਆਫ ਅਫੇਅਰਸ। ਜੰਗਲ ਰਾਜ ਬਾਬਾ ਜੀ, ਏਦਾਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ 5 ਸਾਲ ਦਾ ਜਿਹੜਾ ਟਰਮ ਹੁੰਦੀ ਹੈ, ਜਿਸ ਤਰ੍ਹਾਂ ਚੌਥੇ ਜਾਂ ਤੀਸਰੇ ਜਾਂ ਚੌਥੇ ਸਾਲ ਦੇ ਵਿੱਚ ਐਵੇਂ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੁੰਦੀਆਂ। ਜੇ ਅਸੀਂ ਵਿਰੋਧੀ ਧਿਰ ਦੀ ਗੱਲ ਕਰੀਏ, ਉਹ ਵੀ ਉਦੋਂ ਜ਼ਿਆਦਾ ਇਸ ਤਰੀਕੇ ਨਾਲ ਐਕਟਿਵ ਹੁੰਦੀ ਹੈ ਤੇ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਤਾਂ ਇਹ ਪੱਖ ਹੈ। ਦੂਜਾ ਪੱਖ ਇਹ ਹੈਗਾ ਕਿ ਅਸੀਂ ਵੀ ਕਾਫੀ ਸਾਲ ਹੋ ਗਏ ਪੱਤਰਕਾਰਤਾ ਕਰਦੇ, ਕਦੀ ਵੀ ਰੂਲਿੰਗ ਪਾਰਟੀ ਨੂੰ ਖੁਦ ਵਿਧਾਨ ਸਭਾ ਦੇ ਅੱਗੇ ਇਸ ਤਰੀਕੇ ਦੇ ਨਾਲ ਧਰਨਾ ਲਾਣਾ ਪਵੇ, ਰੀਜ਼ਨਸ ਕੁਝ ਵੀ ਹੋਣ। ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਾਹੌਲ? ਮੈਡਮ, ਟੋਟਲੀ ਪਿਕਚਰ, ਲੈਕ ਆਫ ਐਕਸਪੀਰੀਅੰਸ, ਲੈਕ ਆਫ ਐਜੂਕੇਸ਼ਨ। ਕੋਈ ਕਾਬਲ ਬੰਦਾ ਇਹਨਾਂ 'ਚ ਕੋਈ ਨਹੀਂ। ਲੈਕ ਆਫ ਐਕਸਪੀਰੀਅੰਸ, ਕੋਈ ਪਹਿਲੀ ਵਾਰ ਗਵਰਨਮੈਂਟ 'ਚ ਆਏ ਨੇ। ਦੇਖੋ, ਜੋ ਮਰਜ਼ੀ ਹੈ ਮੈਡਮ, ਤੁਸੀਂ ਕਦੀ ਵੀ ਕਿਸੇ ਫਰੈਸ਼ਰ ਨੂੰ ਕੋਈ ਚੀਜ਼ ਦਿਓਗੇ ਤਾਂ ਹੀ ਵਿਲ ਕਮਿਟ ਸੋ ਮੈਨੀ ਮਿਸਟੇਕਸ। ਡਾਕਟਰਸ ਦੇ ਐਡਵੋਕੇਟਸ ਆਏ ਜੀ, ਉਹਦੇ ਵਿੱਚ ਕਾਫੀ ਸਾਰੇ ਇਸ ਤਰ੍ਹਾਂ ਦੇ, ਉਹ ਕਹਿੰਦੇ ਕਿ ਨਹੀਂ, ਮੈਂ ਉਹ ਤਾਂ ਥੋੜੇ ਹੀ ਨੇ ਜੀ, ਬਾਕੀ ਮੈਜੋਰਿਟੀ ਤੇ ਹੈ ਹੀ ਸਾਰੇ 5ਵੀਂ 7ਵੀਂ ਪੜ੍ਹੇ ਨੇ, ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ। 75% ਇਹਨਾਂ ਦੇ ਤੁਸੀਂ ਇਲੈਕਸ਼ਨ ਉਹ ਡਾਟਾ ਜਾਓ, 75% ਆਫ ਦੇ ਪ੍ਰੈਜ਼ੈਂਟ MLAs ਜਾਂ ਮਿਨਿਸਟਰਸ ਆਲ ਕ੍ਰਿਮੀਨਲਸ। ਕੋਈ ਛੋਟੇ ਕ੍ਰਾਈਮ 'ਚ, ਕੋਈ ਵੱਡੇ ਕ੍ਰਾਈਮ ਦੇ ਵਿੱਚ ਕ੍ਰਿਮੀਨਲ ਐਲੀਮੈਂਟ। ਹੁਣ ਤੁਸੀਂ ਵੇਖ ਹੀ ਰਹੇ ਹੋ ਜੀ, ਭਾਜਪਾ ਜਿਹੜੀ ਹੈਗੀ ਉਹ ਏਜੰਡਾ ਲੈ ਕੇ ਤੁਰੀ ਹੋਈ ਹੈ ਵੀ ਕਾਂਗਰਸ ਨੂੰ ਅਸੀਂ ਮੁਕਾ ਕੇ ਦਮ ਲੈਣਾ ਹੈ। ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਗੋਆ ਦੇ ਵਿੱਚ ਰੂਲਿੰਗ ਪਾਰਟੀ ਵੀ, ਆਮ ਆਦਮੀ ਪਾਰਟੀ ਵੀ ਇਹ ਕਹਿ ਰਹੀ ਹੈ ਕਿ ਗੋਆ ਦੇ ਵਿੱਚ ਤਾਂ ਤੁਹਾਡੇ ਬੰਦੇ ਵੀ ਜਾ ਰਹੇ ਨੇ। ਇਹ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਜੋਸ਼ੀ ਦਾ ਤੁਹਾਨੂੰ ਕਹਿ ਦਿੱਤਾ। ਮੇਰੀ ਸੁਣ ਲਓ, ਇਹ ਗੱਲਾਂ ਤੇ ਕਿਸੇ ਟਾਈਮ ਕਾਂਗਰਸ 1984 ਦੇ ਵਿੱਚ ਰਾਜੀਵ ਗਾਂਧੀ 414 ਪਾਰਲੀਮੈਂਟ ਸੀਟਾਂ ਨਾਲ ਆਇਆ। 400 ਇਹਨਾਂ ਕੋਲ ਤਾਂ 304 ਨੇ, 110 ਇਹਨਾਂ ਤੋਂ ਵੱਧ ਸਨ। ਭਾਜਪਾ ਕੋ 2 ਸੀ ਸਾਰੇ ਹਿੰਦੁਸਤਾਨ 'ਚ। ਅੱਜ ਵੇਖੋ ਕੀ ਫਰਕ ਹੈ।
ਮੈਂ ਤੁਹਾਨੂੰ ਸ਼ੋਰਟ ਅਗਲੀ ਭਵਿੱਖਬਾਣੀ ਵੀ ਦੱਸਣਾ ਕਿ 2024 ਦੇ ਵਿੱਚ ਭਾਜਪਾ ਦੀ ਗਵਰਨਮੈਂਟ ਆਊਟ ਆਫ ਪਾਵਰ ਹੋਏਗੀ। ਇਹ ਤੁਹਾਨੂੰ ਅੱਜ ਅਸੰਭਵ ਲੱਗ ਰਹੀ ਗੱਲ, ਬਟ ਮੈਂ ਤੁਹਾਨੂੰ ਸੰਭਵ ਹੁੰਦੀ ਦੱਸ ਰਿਹਾ। ਰਿਸੈਸ਼ਨ ਵਰਲਡ ਦੇ ਵਿੱਚ ਛਿੜ ਗਿਆ, ਹਿੰਦੁਸਤਾਨ 'ਚ ਵੀ ਰਿਸੈਸ਼ਨ 6 ਮਹੀਨੇ 'ਚ ਆਉਣ ਵਾਲਾ। ਕਿਸੇ ਨੌਜਵਾਨ ਕੋ ਨੌਕਰੀ ਨਹੀਂ, ਪ੍ਰਾਈਸਿਸ ਉੱਥੋਂ ਤੱਕ ਪਹੁੰਚ ਗਈਆਂ ਤੇ ਗਰੀਬ ਆਦਮੀ ਜਿਹੜਾ ਹਿੰਦੁਸਤਾਨ ਦੀ 70% ਦੀ ਪੋਪੂਲੇਸ਼ਨ, ਉਹਦੇ ਵਾਸਤੇ ਦੋ ਵਕਤ ਦੀ ਰੋਟੀ ਖਾਣੀ ਵੀ ਲੋਕਾਂ ਵਾਸਤੇ ਮੁਸ਼ਕਲ ਹੋ ਗਈ। ਤੁਸੀਂ ਪੰਜਾਬ, ਮੈਂ ਕਹਿੰਦਾ ਹਿੰਦੁਸਤਾਨ ਦੀ ਬਾਹਰ ਗੱਲ ਕਰ ਰਹੀ ਹੈ, ਤੁਹਾਡੇ ਸੁਣਨ ਵਾਲੇ ਪੰਜਾਬੀ, ਅੱਜ ਰੇਤ, ਇਹੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕਹਿੰਦੀ ਹੈ ਸਾਨੂੰ ਆਲਿਆਂ ਤੋਂ ਰੇਤ ਫ੍ਰੀ ਕਰ ਦਾਂਗੇ, ਉਹ ਕਰ ਦਾਂਗੇ, 8000 ਰੁਪਏ ਸੈਂਕੜ ਜੀ। ਕੋਈ ਪੰਜਾਬ ਦੇ ਵਿੱਚ ਟੋਟਲ ਤੁਹਾਡਾ ਡਿਵੈਲਪਮੈਂਟ ਦਾ ਕੰਮ ਕੰਪਲੀਟ ਬੰਦ ਹੋ ਚੁੱਕਿਆ ਹੈ। ਕਿਸੇ ਲੇਬਰ ਵਾਲੇ ਕੋ ਕੰਮ ਨਹੀਂ, ਕਿਸੇ ਮਿਸਤਰੀ ਕੋ ਕੰਮ ਨਹੀਂ, ਕਿਸੇ ਠੇਕੇਦਾਰ ਕੋ ਕੰਮ ਨਹੀਂ, ਸਾਰਾ ਡਿਵੈਲਪਮੈਂਟ ਪੰਜਾਬ ਦਾ ਰੁਕ ਚੁੱਕਿਆ। ਤੁਸੀਂ ਮੈਨੂੰ ਦੱਸੋ ਕਿਸ ਕਿਸਮ ਦਾ ਪੰਜਾਬ ਦਾ ਮਾਹੌਲ, ਜਾਂ ਹਿੰਦੁਸਤਾਨ ਦਾ ਵੀ ਸਿਮਿਲਰ ਮਾਹੌਲ ਹੈ। ਇੱਕ ਪਾਸੇ ਹੁਣ 3750 ਕਿਲੋਮੀਟਰ 5 ਮਹੀਨੇ ਲਗਾਤਾਰ ਜੀ ਭਾਰਤ ਜੋੜੋ ਯਾਤਰਾ ਤੇ ਰਾਹੁਲ ਗਾਂਧੀ ਨਿਕਲੇ। ਤੁਸੀਂ ਥੋੜਾ ਵੇਖੋ ਸਹੀ, ਰੋਜ਼ 50,000 ਤੋਂ 60,000 ਬੰਦਾ ਨਾਲ ਚੱਲ ਰਿਹਾ ਪੈਦਲ ਯਾਤਰਾ ਜੀ, 30 ਕਿਲੋਮੀਟਰ ਰੋਜ਼ ਕਰ ਰਹੇ ਨੇ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਦੇਅਰ ਇਜ਼ ਅ ਪਰਸੈਪਸ਼ਨ ਥੱਲੋਂ ਇੱਕ ਬਹੁਤ ਵੱਡਾ ਜਿਹੜੀ ਉਹਨੂੰ ਕਹੀਦਾ ਤੂਫਾਨ ਉੱਠ ਰਿਹਾ ਭਾਜਪਾ ਦੇ ਖਿਲਾਫ ਜੀ, ਜਿਹੜੀ ਇਹਨਾਂ ਦੀ ਡਿਵਾਈਸਿਵ ਪਾਲਿਸੀਜ਼। ਤੁਸੀਂ ਵੇਖੋ ਅਗਨੀਪਥ, ਜਿਹੜੀ ਆਰਮੀ, ਜਿਹੜੀ ਸਰਕਾਰ ਆਪਣੇ ਫੌਜੀ ਵੀਰਾਂ ਨੂੰ ਪੈਨਸ਼ਨ ਦੇਣ ਦੇ ਕਾਬਿਲ ਨਹੀਂ ਜੀ, ਜਿਹੜੀ ਸਰਕਾਰ ਆਪਣੇ ਫੌਜੀ ਭਰਾਵਾਂ ਨੂੰ ਮੈਡੀਕਲ ਫੈਸਿਲਿਟੀ ਦੇਣ ਦੇ ਕਾਬਿਲ ਨਹੀਂ ਜੀ, ਜਿਹੜੀ ਸਰਕਾਰ ਆਪਣੇ ਫੌਜੀ ਵੀਰਾਂ ਨੂੰ ਕੰਟੀਨ ਫੈਸਿਲਿਟੀ ਦੇਣ ਦੇ ਕਾਬਿਲ ਨਹੀਂ, ਜਿਹੜੀ ਇੱਕ ਸਿਪਾਹੀ ਨੂੰ 18 ਸਾਲ ਨੌਕਰੀ ਮੁਹੱਈਆ ਨਹੀਂ ਕਰਾ ਸਕਦੀ, ਜਿਹੜੀ ਇੱਕ 4 ਸਾਲ ਵਾਸਤੇ ਕੰਟਰੈਕਟ ਬੇਸਿਸ ਤੇ ਬੰਦੇ ਲੈ ਕੇ ਆਉਣਾ ਚਾਹੁੰਦੀ, ਉਹਨੂੰ ਸਰਕਾਰ ਖਿਲਵਾਉਣ ਦੇ ਕਾਬਿਲ ਹੈ। ਹਰ ਸੈਕਸ਼ਨ, ਮੈਂ ਤੁਹਾਨੂੰ ਦੱਸਣਾ, ਅੱਜ ਬਿਜ਼ਨਸਮੈਨ ਨਾਲ ਗੱਲ ਕਰ ਲਓ, ਟ੍ਰੇਡਰਸ ਨਾਲ ਗੱਲ ਕਰ ਲਓ, ਗਰੀਬ ਆਦਮੀ ਨਾਲ ਗੱਲ ਕਰ ਲਓ, ਕਿਸਾਨਾਂ ਨਾਲ ਗੱਲ ਕਰ ਲਓ, ਸਾਰੇ ਬੰਦੇ ਜਦੋਂ ਇਲੈਕਸ਼ਨ ਆਏਗੀ ਤੁਹਾਨੂੰ ਉਦੋਂ ਇੱਕੋ ਦਮ ਹੀ ਪਤਾ ਲੱਗੇਗਾ ਬਣਿਆ ਕੀ। ਤੁਸੀਂ ਉਦੋਂ ਵੀ ਕਹੋਗੇ ਪ੍ਰਤਾਪ ਸਿੰਘ ਬਾਜਵਾ ਨੇ ਆਹ ਗੱਲ ਕਹੀ ਹੈ, ਸੱਚ ਹੋ ਗਈ। ਅਸੀਂ ਤਾਂ ਤੁਹਾਨੂੰ ਬੇਸਿਕਲੀ ਥੱਲੜਾ ਸੈਂਟੀਮੈਂਟ ਕੀ ਹੈ ਦੇਸ਼ 'ਚ ਬਿਲਟ ਹੋ ਰਿਹਾ, ਸੈਂਟੀਮੈਂਟ ਭਾਜਪਾ ਦੇ ਖਿਲਾਫ ਬਿਲਟ ਹੋ ਰਿਹਾ। ਇਹ ਗੱਲ ਵੱਖਰੀ ਹੈ ਕਿਉਂਕਿ ਏਜੰਸੀਆਂ ਉਹ ਕਾਬਜ਼ ਨੇ, ਪ੍ਰੈਸ ਤੇ ਉਹ ਕਾਬਜ਼ ਨੇ, ਲੋਕਾਂ ਨੂੰ ਸਹੀ ਪਿਕਚਰ ਅਜੇ ਹਿੰਦੁਸਤਾਨ ਦੀ ਆ ਨਹੀਂ ਰਹੀ। ਪਰ ਥੱਲੜੇ ਲੈਵਲ ਤੇ ਵਰਲਡ ਅੰਗਰੇਜ਼ੀ ਦੇ ਵਿੱਚ ਉਹਨੂੰ, ਉਹ ਜਿਹੜੀ ਇੱਕ ਵਾਵ ਰੌਲਾ ਇਹਨਾਂ ਦੇ ਖਿਲਾਫ ਆਹਿਸਤਾ ਆਹਿਸਤਾ ਇਕੱਠਾ ਹੋ ਰਿਹਾ। ਇਹ ਜਦੋਂ ਇਲੈਕਸ਼ਨ ਆਣੀ ਤੁਹਾਨੂੰ ਪਤਾ ਉਹ ਹੀ ਲੱਗਣਾ ਜਿਸ ਤਰ੍ਹਾਂ ਮਿਸਿਸ ਗਾਂਧੀ ਨਾਲ 1977 ਚ ਹੋਇਆ ਸੀ, ਇੰਦਰਾ ਗਾਂਧੀ। ਉਦੋਂ IB ਨੇ ਉਹਨਾਂ ਨੂੰ ਕਿਹਾ ਤੁਹਾਡੀਆਂ 340 ਆਣਗੀਆਂ ਤੇ 150 ਆਈਆਂ। ਇਹ ਭਾਜਪਾ ਦੀ ਵੀ ਪੋਜੀਸ਼ਨ ਉੱਥੇ ਕਾ ਕੇ ਟਿਕ ਜਾਏ। ਬਾਜਵਾ ਜੀ, ਆਪਣੇ ਹੁਣ ਸੈਸ਼ਨ ਆ ਰਿਹਾ ਦੁਬਾਰਾ ਤੋਂ, 1 ਦਿਨ ਦਾ, 2 ਦਿਨ ਦਾ, 3 ਦਿਨ ਦਾ, ਜਿੰਨੇ ਵੀ ਦਿਨ ਦਾ ਹੋਏਗਾ। ਇਨੀਸ਼ੀਅਲੀ ਚੀਫ ਮਿਨਿਸਟਰ ਨੇ ਵੀ ਕਿਹਾ ਕਿ 1 ਦਿਨ ਦਾ ਸੈਸ਼ਨ ਲੈ ਕੇ ਆ ਰਹੇ ਹਾਂ, ਮੰਗਲਵਾਰ ਨੂੰ ਸੈਸ਼ਨ ਹੈ। ਕਾਂਗਰਸ ਪਾਰਟੀ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰੇਗੀ? ਕਿਉਂਕਿ ਕਾਂਗਰਸ ਪਾਰਟੀ ਦੇ ਜਿਹੜੇ ਮਤਲਬ ਕਿ ਇੱਕ ਤਰ੍ਹਾਂ ਕਹਿ ਸਕਦੇ ਉਸ ਵਿਰੋਧੀ ਧਿਰ ਦੇ ਲੀਡਰ ਨੇ, ਮੁਖੀ ਨੇ, ਉੱਥੇ ਮੁਖੀਆ ਨੇ ਜਿਹੜੇ ਆਪੋਜੀਸ਼ਨ ਸਾਈਡ ਦੇ, ਉਹਨਾਂ ਨੇ ਹੀ ਚਿੱਠੀ ਲਿਖੀ ਹੈ। ਹੁਣ ਚਾਹੇ ਮੁੱਦੇ ਬਦਲ ਗਏ ਨੇ ਸੈਸ਼ਨ ਦੇ ਵਿੱਚ ਆਉਣ ਦੇ, ਕਿੱਦਾਂ ਦਾ ਤੁਹਾਡਾ ਰੋਲ ਰਹੇਗਾ? ਪਲੱਸ ਇੱਕ ਗੱਲ ਮੈਂ ਪਹਿਲੇ ਵੀ ਤੁਹਾਨੂੰ ਕੁਐਸਚਨ ਵਿੱਚ ਰਹਿ ਗਿਆ ਸੀਗਾ, ਉਹ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ। ਜਿਹੜੇ ਤੁਹਾਡੇ ਲੋਕ ਜਾ ਰਹੇ ਨੇ, ਜਿਹੜੇ ਬਾਰ-ਬਾਰ ਉੱਧਰ ਜਾ ਰਹੇ ਨੇ, ਔਰ ਗੋਆ ਦੀ ਗੱਲ ਕਰ ਰਹੀ ਹੈ ਰੂਲਿੰਗ ਪਾਰਟੀ, ਆਮ ਆਦਮੀ ਪਾਰਟੀ, ਜਾਂ ਹੋਰ ਪਾਸੇ ਦੀ ਗੱਲਾਂ ਹੋ ਰਹੀਆਂ, ਕਾਂਗਰਸ ਕਿਸ ਤਰੀਕੇ ਦੇ ਨਾਲ ਆਪਣੇ ਨੂੰ ਆਲ ਓਵਰ ਜਾਂ ਫਿਰ ਪੰਜਾਬ ਦੇ ਵਿੱਚ ਖਾਸ ਕਰਕੇ, ਕਿਉਂਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਚਿਹਰੇ ਨੇ ਉਹ ਬਿਲਕੁਲ ਹੀ ਬਦਲ ਚੁੱਕੇ ਨੇ। ਮੈਡਮ, ਅਸੀਂ ਤੇ ਵੈਲਕਮ ਕਰਨੇ ਆ ਸੈਸ਼ਨ, ਅਸੀਂ ਸੈਸ਼ਨ ਨਹੀਂ ਰੋਕਿਆ, ਬਟ ਪੰਜਾਬ ਦੇ ਕਿਸੇ ਮੁੱਦੇ ਤੇ ਡਿਸਕਸ਼ਨ ਤੋਂ 1 ਦਿਨ ਦੇ ਸੈਸ਼ਨ 'ਚ 1 ਕਰੋੜ ਰੁਪਈਆ ਲੱਗਦਾ। ਤੁਸੀਂ ਜਿੱਥੇ 92 ਤੁਹਾਡੇ ਕੋਲ MLA ਨੇ, ਕਿਸੇ ਆਪੋਜੀਸ਼ਨ ਪਾਰਟੀ ਨੇ ਨਹੀਂ ਕਿਹਾ ਕਿ ਤੁਹਾਡੇ ਕੋਲ ਮੈਜੋਰਟੀ ਹੈ ਨਹੀਂ, ਤੁਸੀਂ ਆਪਣੀ ਥੱਪ ਪਾਉਣ ਵਾਸਤੇ ਪਿੱਠ ਤੇ ਲੋਕਾਂ ਵਿੱਚ ਇੱਕ ਪ੍ਰਚੰਡ, ਇੱਕ ਫਰਾਡ, ਇੱਕ ਜਾਲੀ ਗੱਲ ਕਰਨ ਵਾਸਤੇ ਕਿ ਲਓ ਜੀ ਸਾਡੇ ਬੰਦੇ ਖਰੀਦਣ ਦੀ ਕੋਸ਼ਿਸ਼ ਕੀਤੀ, ਆ ਵੇਖੋ ਅਜੇ ਵੀ ਬੰਦ। ਜਦੋਂ ਅਸੀਂ ਤੁਹਾਨੂੰ ਚੈਲੰਜ ਹੀ ਨਹੀਂ ਕੀਤਾ, ਅਸੀਂ ਉਸ ਗੱਲ ਨੂੰ ਚੈਲੰਜ ਕੀਤਾ। ਅਸੀਂ ਇਹ ਨਹੀਂ ਗੱਲ ਕਹੀ ਕਿ ਆਉਂਦੇ ਟਾਈਮ 'ਚ ਕਦੀ ਸੈਸ਼ਨ ਨਹੀਂ ਹੋਣਾ ਚਾਹੀਦਾ, ਅਸੀਂ ਤਾਂ ਵੈਲਕਮ ਕਰਨਾ ਐਜ਼ ਆਪੋਜੀਸ਼ਨ। ਅਸੀਂ ਤੇ ਇਹਨਾਂ ਦਾ ਪਰਦਾਫਾਸ਼ ਲੋਕਾਂ ਸਾਹਮਣੇ ਕਰਨ ਵਾਸਤੇ ਸੈਸ਼ਨ ਹੋਏਗਾ ਤੇ ਗੱਲ ਕਰਾਂਗੇ। ਇਹਨਾਂ ਨੂੰ ਪੁੱਛਾਂਗੇ ਜਰਮਨੀ 'ਚ ਕੀ ਕਰਕੇ ਆਏ ਨੇ। ਇਹ ਕਹਿੰਦੇ ਮੈਂ BMW ਲੈ ਕੇ ਆਊਂਗਾ ਜੀ, ਕਾਰਾਂ ਦੀ ਇੱਥੇ ਇੰਡਸਟਰੀ ਆਏਗੀ BMW। ਇੱਕ ਸਾਈਕਲ ਦੀ LOI ਲੈ ਆਏ ਨੇ,
ਕਾਰ 10 ਦੇ ਕਾਰ ਲੈ ਕੇ ਇੱਕ ਸਾਈਕਲ ਦੀ LOI ਆਏ ਨੇ, ਇੱਕ ਛੋਟੀ ਜੀ ਉਹਨਾਂ ਦੀ ਆਲਰੇਡੀ ਪੰਜਾਬ ਲੁਧਿਆਣੇ ਦੇ ਵਿੱਚ ਸਾਡੇ ਪੰਜਾਬੀ ਹੈ ਨੇ ਜਿਨ੍ਹਾਂ ਨਾਲ ਟਾਈਅਪ ਹੈ। ਇੱਕ ਸਾਈਕਲਾਂ ਦੀ ਤੇ ਇੰਡਸਟਰੀ ਸਗੋਂ ਲੁਧਿਆਣੇ ਦੀ ਸਾਰੇ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਕ ਸਾਈਕਲਾਂ ਦੀ LOI ਲੈਟਰ ਆਫ ਇੰਟਰਸਟ ਜਿਹੜੀ ਹੁੰਦੀ ਹੈ ਆਫ ਇੰਟੈਂਟ ਉਹ ਲੈ ਨੇ, ਉਹ ਵੀ ਕੋਈ ਕੱਢਣ ਨੂੰ ਨਹੀਂ ਕੋਈ ਪਾਣ ਨੂੰ, ਬੇਸਿਕਲੀ ਤੇ ਆਪਣੇ ਪਰਿਵਾਰ ਨੂੰ ਘੁਮਾਉਣ ਵਾਸਤੇ ਗਏ ਸੀ ਟੈਕਸ ਪੇਅਰ ਦੇ ਪੈਸੇ। ਮੈਡਮ 1.5 ਕਰੋੜ ਰੁਪਈਆ ਖਰਚਾ ਇਹਨੇ 7 ਦਿਨਾਂ 'ਚ। ਇੱਕ ਚਵਾਨੀ ਦਾ ਫਾਇਦਾ ਪੰਜਾਬ ਨੂੰ ਨਹੀਂ ਹੋਇਆ। ਤੁਸੀਂ ਵੇਖੋ ਅੱਜ ਪੋਜੀਸ਼ਨ ਤੁਹਾਡੀ ਪੰਜਾਬ ਦੀ ਕੀ ਹੈ। ਅੱਜ ਤੁਸੀਂ ਵੇਖੋ ਪੰਜਾਬ ਦੀ ਪੋਜੀਸ਼ਨ ਕਿ ਆਪਣੇ EMPLOYEES ਨੂੰ 7 ਦਿਨ ਲੇਟ ਤਨਖਾਹ ਦਿੱਤੀ ਹੈ ਨਾ। ਔਰਤਾਂ ਨੂੰ ਜੋ ਇਹ ਵੇਖੋ ਉੱਥੇ ਪ੍ਰਦਰਸ਼ਨ ਇਹਨਾਂ ਦੇ ਮੀਤ ਹੇਅਰ ਦੇ ਘਰ ਦੇ ਬਾਹਰ ਕਿਸ ਤਰ੍ਹਾਂ ਇਹਨੇ ਆਪਣੇ EMPLOYEES ਕੁੱਟੇ ਨੇ। ਲੋਕਾਂ ਕੋਲ ਕੰਮ ਕੋਈ ਨਹੀਂ, ਨੌਜਵਾਨ ਬੱਚਿਆਂ ਕੋਲੋਂ ਅਖਬਾਰਾਂ ਤੋਂ ਐਡਸ ਦੇ ਕੇ, ਉਹ ਵੀ ਪੈਸੇ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਦੇ ਕੇ ਖਰੀਦੋ ਫਰੋਖਤ ਕਰਕੇ ਆਪਣਾ ਇੱਕ ਇੰਪ੍ਰੈਸ਼ਨ ਬਣਾਉਣ ਦੀ ਕੋਸ਼ਿਸ਼ ਨੇ। ਹਰ ਸੈਕਸ਼ਨ ਮਾਯੂਸ ਹੋ ਚੁੱਕਿਆ, ਨਾਰਾਜ਼ ਹੋ ਚੁੱਕਿਆ। ਲੋਕ ਸੋਚ ਰਹੇ ਕਿ ਅਸੀਂ ਕੰਮ ਕੀ ਕਰ ਲਿਆ। ਤੁਸੀਂ ਜਲੰਧਰ ਆਏ ਮੇਰੇ ਵੱਲੋਂ, ਤੁਸੀਂ ਅੱਜ ਹੀ ਆਪਣੇ ਕਿਸੇ ਰਿਸ਼ਤੇਦਾਰ ਨੂੰ, ਦੋਸਤ ਨੂੰ, ਆਪਣੇ ਕਿਸੇ ਦੋਸਤ ਨੂੰ ਪੁੱਛੋ ਕਿ ਜਲੰਧਰ ਹਾਲਾਤ ਕੀ ਬਣੇ ਪਏ। ਇਹਨਾਂ ਦੀ ਗੁੰਡਾਗਰਦੀ ਇੱਥੋਂ ਤੱਕ ਚਲੀ ਗਈ, ਇੱਥੋਂ ਤੱਕ ਗੁੰਡਾਗਰਦੀ ਚਲੀ ਗਈ। ਇੱਕ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਜਿਨ੍ਹਾਂ ਲੋਕਾਂ ਨੇ ਲਾਅ ਨੂੰ, ਜੇ ਇੱਕ DCP ਵਰਦੀ ਸਮੇਤ ਕੁੱਟਿਆ ਜਾਏ, ਮਾਰਿਆ ਜਾਏ ਤੇ ਕੋਈ ਕੇਸ ਨਾ ਬਣੇ ਤੇ ਉਲਟਾ ਉਹਦੇ ਤੇ ਕੇਸ ਰਜਿਸਟਰ ਕਰ ਦਿੰਦੇ ਤੇ that speaks volumes of kind of government we have in Punjab. It's a jungle rule. ਜੰਗਲ ਦਾ ਕਾਨੂੰਨ ਹੈ, ਕੋਈ ਕਾਨੂੰਨ ਹੈ ਨਹੀਂ, ਕੋਈ ਸਰਕਾਰ ਨਾਂ ਦੀ ਹੈ ਨਹੀਂ ਕੋਈ ਚੀਜ਼। ਨਾ ਇਹਨਾਂ ਦਾ ਕੋਈ ਮਿਨਿਸਟਰ ਕੰਮ ਕਰਦਾ, ਨਾ MLA ਕਰਦਾ, ਸਾਰੇ ਇਸੇ ਕੰਮ ਨੂੰ ਲੱਗ ਪਏ। 6 ਮਹੀਨਿਆਂ ਬਾਅਦ ਤੁਸੀਂ ਵੇਖਿਓ ਆਲਰੇਡੀ ਪੈਸੇ ਮਹੀਨਾ ਬੜੇ ਵੱਡੇ ਪੈਮਾਨੇ ਤੇ ਬਿਲਕੁਲ ਲੌਲੈਸਨੈਸ ਹੋ ਗਈ। ਜਿਸ ਤਰ੍ਹਾਂ ਕਿਸੇ ਟਾਈਮ ਕਾਬਲ ਵਿੱਚ ਹਾਲ ਹੁੰਦਾ ਸੀ ਤਾਲਿਬਾਨ ਦੇ ਵਿੱਚ, ਪੰਜਾਬ ਦੇ ਵਿੱਚ ਆਪ ਦਾ ਹਾਲ ਇਜ਼ ਅਕਿਨ ਟੂ ਜਦੋਂ ਤਾਲਿਬਾਨ ਆਉਂਦਾ, ਓਪਨ ਗੁੰਡਾਗਰਦੀ ਹੁੰਦੀ ਹੈ ਕਾਬਲ ਦੇ ਵਿੱਚ, ਕਿਸੇ ਦੀ ਜ਼ਿੰਦਗੀ ਤੇ ਜਾਇਦਾਦ ਮਹਿਫੂਜ਼ ਨਹੀਂ ਹੁੰਦੀ। ਆਪ ਦਾ ਆਉਣਾ ਪੰਜਾਬ ਵਾਸਤੇ ਉਸ ਟਾਈਮ। ਬਾਜਵਾ ਜੀ, ਬਹੁਤ ਸਾਰੀਆਂ ਆਪਾਂ ਗੱਲਾਂ ਕੀਤੀਆਂ। ਪੰਜਾਬ ਬਹੁਤ ਦੇਰ ਤੋਂ ਸਿਆਸਤ ਦੇ ਚੱਕਰਵਿਊਹ 'ਚ ਹੀ ਫਸਿਆ ਹੋਇਆ। ਇਹ ਇਸ ਤਰੀਕੇ ਦਾ ਇੱਕ ਤੁਸੀਂ ਵਿੰਡ ਜਿਹੜਾ ਹੈਗਾ ਵਾਵ ਰੌਲਾ ਇੱਕ ਵਰਡ ਯੂਜ਼ ਕੀਤਾ, ਉਸ ਦੇ ਵਿੱਚ ਫਸਿਆ ਹੋਇਆ ਹੈ। ਦਿਨ ਹਰ ਬੀਤਣ ਦੇ ਨਾਲ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ, ਮੁੱਦੇ ਵੱਧਦੇ ਜਾ ਰਹੇ, ਘੱਟ ਨਹੀਂ ਰਹੇ। ਨਾ ਕਰਦੇ ਲੀਡਰਸ ਉਹੀ ਨੇ, ਡੈਫੀਨੇਟਲੀ ਨਵੀਂ ਪਾਰਟੀਆਂ ਆਈਆਂ, ਨਵੇਂ ਲੀਡਰਸ ਵੀ ਆਏ ਨੇ, ਪਰ ਪੰਜਾਬ ਕਿਹਦੇ ਵੱਲ ਦੇਖੇ। ਤੇ ਕਾਂਗਰਸ ਪਾਰਟੀ ਦਾ ਮੈਂ ਪਹਿਲੇ ਵੀ ਪੁੱਛਿਆ ਸੀ ਕਿ ਕੀ ਰੋਲ ਰਹੇਗਾ ਪੰਜਾਬ ਨੂੰ ਕੰਸਟਰਕਟਿਵ ਰੋਲ ਦੇ ਵਿੱਚ, ਕਿਹਦੇ ਵੱਲ ਦੇਖੇ ਪੰਜਾਬ। ਇਹ ਤੇ ਹੁਣ ਮੈਂ ਨਹੀਂ ਕਹਿ ਸਕਦਾ ਕਿਹਦੇ ਵੱਲ ਵੇਖੇ। ਵੇਖਣ ਵਾਲਿਆਂ ਨੂੰ ਸਮਝੇ ਕਿ ਕਿਹਦੇ ਵੱਲ ਵੇਖਣ ਦੀ ਲੋੜ ਹੈ। ਜਿੱਦਣ ਕੋਈ ਚੰਗਾ ਲੀਡਰ ਆ ਜਾਏਗਾ ਸਾ ਪ੍ਰਤਾਪ ਸਿੰਘ ਕੈਰੋਂ ਵਰਗਾ, ਉਹੀ ਪੰਜਾਬ ਇੱਕ ਬੜੀ ਰੋਬਸਟ ਸਟੇਟ ਹੈ। ਪੰਜਾਬੀ ਬੜੇ ਰੋਬਸਟ ਨੇ। ਜਿੱਦਣ ਮੈਂ ਸਮਝਣਾ, ਜਿੱਦਣ ਵੀ ਕੋਈ ਪ੍ਰਤਾਪ ਸਿੰਘ ਇਹਨਾਂ ਨੂੰ ਮਿਲ ਗਿਆ ਕੈਰੋਂ ਦੇ ਰੂਪ ਦੇ ਵਿੱਚ, ਸਾਰੀ ਸ਼ਕਲ 50 ਸਾਲਾਂ 'ਚ 25 ਸਾਲ ਦੀ ਅਸੀਂ ਲੇਟ ਕੱਢਦਾ। ਪੰਜਾਬ ਤੁਸੀਂ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ, ਪੰਜਾਬ ਨੂੰ ਪ੍ਰਤਾਪ ਸਿੰਘ ਬਾਜਵਾ ਵੀ ਕੈਰੋਂ ਵਰਗੇ ਮਿਲ ਸਕਦੇ? ਕਿਉਂ ਨਹੀਂ ਮਿਲ ਸਕਦੇ? ਇਹ ਤੇ ਲੋਕਾਂ ਦੀ ਮਰਜ਼ੀ ਹੈ। ਪੰਜਾਬ ਦੇ ਲੋਕ ਜੇ ਸਮਝਣਗੇ ਕਿ ਇਹਨਾਂ ਵਿੱਚ ਤਜਰਬਾ, ਇਹਨਾਂ 'ਚ ਕਾਬਲੀਅਤ ਹੈ, ਇਹਨਾਂ 'ਚ ਐਕਸਪੀਰੀਅੰਸ ਹੈ ਤੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਏ ਤੇ ਸਾਰਾ ਕੁਝ ਚੇਂਜ ਹੋ ਸਕਦਾ। ਮੌਕਾ ਮਿਲਦੀ ਗੱਲ ਹੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਥੈਂਕ ਯੂ, ਬਹੁਤ ਸ਼ੁਕਰੀਆ। ਥੈਂਕ ਯੂ। ਇਹ ਸਾਡੇ ਨਾਲ ਸੀਗੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ। ਵਿਵਾਕ ਲੀਡਰ ਨੇ, ਗੱਲਬਾਤ ਸਿਆਣੀ ਵੀ ਕਰਦੇ ਹੈ ਤੇ ਸੁਚੱਜੀ ਵੀ ਕਰਦੇ ਹੈ ਤੇ ਨਾਲੇ ਬਾਰ-ਬਾਰ ਪੁਆਇੰਟਸ ਵੀ ਚੱਕਦੇ ਨੇ। ਹਮੇਸ਼ਾ ਆਪਣੀ ਵੀ ਸਰਕਾਰਾਂ ਨੂੰ ਇਹਨਾਂ ਨੇ ਰਾਹ ਦਿਖਾਇਆ, ਸੁਜੈਸ਼ਨਸ ਦਿੱਤੀਆਂ ਤੇ ਸ਼ੀਸ਼ਾ ਵੀ ਦਿਖਾਇਆ ਤੇ ਡੈਫੀਨੇਟਲੀ ਆਪੋਜੀਸ਼ਨ 'ਚ ਨੇ ਜਾਂ ਰੂਲਿੰਗ 'ਚ ਨੇ ਆਪਣਾ ਪੂਰਾ ਜਿਹੜਾ ਉਹ ਜਿਹਨੂੰ ਕਹਿੰਦੇ ਨਾ ਆਪਣਾ ਰੋਲ ਪੂਰੀ ਤਰ੍ਹਾਂ ਨਿਭਾਉਂਦੇ ਰਹੇ ਨੇ। ਅੱਜ ਵੀ ਬੜੀ ਬੇਬਾਕੀ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਬਹੁਤ ਸਾਰੀਆਂ ਗੱਲਾਂ ਕਹੀਆਂ, ਪਰ ਇੱਕ ਬੜੀ ਗੱਲ ਜਿਹੜੀ, 2 ਗੱਲਾਂ ਮੇਰੀਆਂ ਕਹਿਣ ਵਾਲੀਆਂ ਇੱਥੇ ਜ਼ਰੂਰ ਹੋਣਗੀਆਂ ਇਹਨਾਂ ਦੀ ਗੱਲ 'ਚ ਜਿਹੜਾ ਮੈਂ ਨਿਚੋੜ ਕੱਢਿਆ। ਇੱਕ ਤਾਂ ਉਹਨਾਂ ਦੀ ਭਵਿੱਖਬਾਣੀਆਂ ਨੂੰ ਬੜਾ ਧਿਆਨ ਨਾਲ ਦੇਖਣਾ ਤੇ ਐਨਾਲਿਸਿਸ ਕਰਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਉਹਦੇ ਪਿੱਛੇ ਤਜਰਬਾ ਬੋਲਦਾ ਹੈ। ਦੂਸਰੇ ਪਾਸੇ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਪ੍ਰਤਾਪ ਸਿੰਘ ਕੈਰੋਂ ਵਰਗਾ ਕੋਈ ਲੀਡਰ ਜਿਸ ਦਿਨ ਇੱਥੇ ਆਏਗਾ ਉਸ ਦਿਨ ਹੀ ਪੰਜਾਬ ਦੀ ਸ਼ਕਲ ਬਦਲ ਸਕਦੀ ਹੈ। ਤੇ ਅਸੀਂ ਵੀ ਪੁੱਛ ਬੈਠੇ ਉਹਨਾਂ ਨੂੰ ਕਿ ਪੰਜਾਬ ਦੀ ਸ਼ਕਲ ਬਦਲਣ ਵਾਸਤੇ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕਰ ਰਹੇ ਤੇ ਉਹ ਪ੍ਰਤਾਪ ਸਿੰਘ ਬਾਜਵਾ ਹੋ ਸਕਦੇ ਹੈ ਤੇ ਉਹਨਾਂ ਨੇ ਕਿਹਾ ਕਿਉਂ ਨਹੀਂ ਹੋ ਸਕਦੇ।
ਬਾਕੀ ਅਸੀਂ ਜਨਤਾ ਤੇ ਛੱਡਦੇ ਹਾਂ। ਸਾਨੂੰ ਦੇਖਣ ਸੁਣਨ ਲਈ ਬਹੁਤ ਬਹੁਤ ਧੰਨਵਾਦ। ਅੱਗੇ ਫੇਰ ਮਿਲਾਂਗੇ ਕਿਸੇ ਨਵੇਂ ਮਹਿਮਾਨ ਨਾਲ ਕਿਸੇ ਨਵੀਂ ਜਗ੍ਹਾ ਤੇ। ਮੈਨੂੰ ਹੁਣ ਦਿਓ ਇਜਾਜ਼ਤ। ਧੰਨਵਾਦ, ਸ਼ੁਕਰੀਆ।